ਕਥਾ ਸ਼ੁਰੂ ਕਰਦੇ, ਫਿਰ ਆਪਾਂ ਠਹਿਰ ਕੇ ਮਿਲਦੇ ਹਾਂ ਜੀ। ਧੰਨਵਾਦ। ਆਪਾਂ ਕਰੀਏ ਜੀ ਸ਼ੁਰੂ ਕਰ ਦਿਓ ਜੀ, ਜਦੋਂ ਵੀ ਰੈਡੀ ਆ ਤੁਸੀਂ। ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਅਸੀਂ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ, ਸ਼ਾਂਤੀ, ਖੇੜਾ, ਪ੍ਰਸੰਨਤਾ, ਆਨੰਦ ਆ ਜਾਏ, ਅਸੀਂ ਆਤਮਿਕ ਜ਼ਿੰਦਗੀ ਜੀਵੀਏ ਔਰ ਪ੍ਰਭੂ ਦੇ ਅੰਦਰ ਅਭੇਦ ਹੋ ਕੇ ਪ੍ਰਭੂ ਦਾ ਰੂਪ ਹੋ ਸਕੀਏ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੇਂਦਰੀ ਭਾਵ ਵੀ ਇਹੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਨਾਮ ਦਾ ਮਤਲਬ ਹੁਕਮ, ਤੇ ਪ੍ਰਭੂ ਦਾ ਜੋ ਆਤਮਿਕ ਜੀਵਨ ਦੇਣ ਵਾਲਾ ਹੁਕਮ ਹੈ ਉਹ ਸੁਖਾਂ ਦੀ ਮਣੀ ਹੈ, ਮਤਲਬ ਸੁਖਾਂ ਦਾ ਮੂਲ ਹੈ। ਜੇ ਕੋਈ ਇਨਸਾਨ ਸੁਖ ਪਾਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਭੂ ਦੀ ਰਜ਼ਾ ਦੇ ਵਿੱਚ, ਪ੍ਰਭੂ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਤੇ ਪ੍ਰਭੂ ਦੇ ਜੋ ਪਿਆਰੇ ਨੇ ਉਹ ਉਸ ਦੀ ਰਜ਼ਾ ਵਿੱਚ ਰਹਿੰਦੇ ਨੇ। ਪ੍ਰਭੂ ਦਾ ਭਾਣੇ ਦਾ ਪਿਆਰ ਉਹਨਾਂ ਦੇ ਮਨ ਦੇ ਅੰਦਰ ਵਸਦਾ ਹੈ। ਆਓ ਅਗਲੀ ਵਿਚਾਰ ਦੇ ਨਾਲ ਜੁੜੀਏ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਦਾ ਮਤਲਬ ਪ੍ਰਭੂ, ਗਿਆਨੀ ਦਾ ਮਤਲਬ ਜਾਣਨ ਵਾਲਾ, ਜਿਸ ਦੀ ਪ੍ਰਭੂ ਦੇ ਨਾਲ ਜਾਣ ਪਹਿਚਾਨ ਹੈ, ਯਾਨੀ ਜੋ ਸੱਚਿਆਰ ਪੁਰਸ਼ ਹੈ, ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲਾ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਉਸ ਦਾ ਕੋਈ ਮੁੱਲ ਨਹੀਂ ਦੱਸ ਸਕਦਾ। ਉਹ ਅਮੁੱਲਕ ਹੈ, ਉਹਦੇ ਵਿਚਾਰ ਬੜੇ ਉੱਚੇ ਨੇ, ਉਹਦੇ ਵਿਚਾਰ ਬੜੇ ਮਹਾਨ ਨੇ, ਉਸ ਦਾ ਜੀਵਨ ਬੜਾ ਮਹਾਨ ਹੈ। ਉਹ ਜੋ ਗੁਣ ਨੇ ਕਿਸੇ ਕੀਮਤ ਦੇ ਨਾਲ ਨਹੀਂ ਮਿਲਦੇ। ब्रह्म ज्ञानी की कीमत ना है, ब्रह्म ज्ञानी कै सगल मन माहे। ब्रह्म ज्ञानी दे जो अपना प्रभु की रजा विच रहन वाला है, सगल मन माहे का मतलब सारे ही गुण उसके मन के अंदर ने। सगल मन माहे, सारे गुण जो प्रभु के समुचे गुण ने उस ब्रह्म ज्ञानी की, यानी जो सचियार पुरुष है, उसकी सोच विच ने। ਉਹ ਗੁਣਾਂ ਦਾ ਧਾਰਨੀ ਹੈ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਵਾਲਾ ਸਚਿਆਰ ਪੁਰਸ਼ ਹੈ, ਉਹਦੇ ਮਨ ਦੇ ਅੰਦਰ ਸਾਰਿਆਂ ਦੇ ਸੁੱਖ ਦੁੱਖ ਨੇ, ਉਹ ਸਾਰਿਆਂ ਦੇ ਸੁੱਖਾਂ ਦੁੱਖਾਂ ਦੇ ਵਿੱਚ ਸਾਂਝ ਪਾਉਂਦਾ ਹੈ, ਉਹ ਹਰ ਇੱਕ ਦੇ ਨਾਲ ਸਹਿਯੋਗ ਕਰਦਾ ਹੈ, ਹਰ ਇੱਕ ਦੀਆਂ ਭਾਵਨਾਵਾਂ ਨੂੰ ਜਾਣਨ ਵਾਲਾ ਹੈ, ਔਰ ਉਹਦੇ ਮਨ ਦੇ ਅੰਦਰ ਸਾਰੇ ਗੁਣ ਮੌਜੂਦ ਨੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਭੇਦ ਦਾ ਮਤਲਬ ਰਾਜ, ਮਰਮ। ਜੋ ਸਚਿਆਰ ਪੁਰਸ਼ ਹੈ, ਮਨ, ਬਚਨ ਔਰ ਕਰਮ ਕਰਕੇ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਹੈ, ਜੋ ਪ੍ਰਭੂ ਦੇ ਨਾਲ ਇੱਕਮਿਕ ਹੋ ਗਿਆ ਹੈ, ਉਸ ਦੀ ਉੱਚੀ ਜ਼ਿੰਦਗੀ ਦਾ ਭੇਦ ਕੌਣ ਪਾ ਸਕਦਾ ਹੈ। ਉਹਦੀ ਉੱਚੀ ਜ਼ਿੰਦਗੀ, ਉਹਦੀ ਉੱਚੀ ਸੋਚ, ਉਸ ਦੀ ਉੱਚੀ ਮਾਨਸਿਕਤਾ ਦਾ ਅੰਤ ਕੌਣ ਜਾਣ ਸਕਦਾ ਹੈ, ਭੇਦ ਕੌਣ ਪਾ ਸਕਦਾ ਹੈ। ਉਹਦਾ ਭੇਦ ਪਾਣਾ ਬੜਾ ਮੁਸ਼ਕਲ ਹੈ, ਕਿਉਂਕਿ ਜੋ ਉੱਥੋਂ ਤੱਕ ਪਹੁੰਚੇਗਾ, ਜੋ ਐਸੀ ਜ਼ਿੰਦਗੀ ਜੀਵੇਗਾ, ਉਹੀ ਉਸ ਮਰਮ ਭੇਦ ਨੂੰ ਜਾਣ ਪਾਏਗਾ। ਭਾਵ ਕਿ ਉਹ ਇਨਸਾਨ ਬਹੁਤ ਮਹਾਨ ਹੈ, ਉਹਦੀ ਉੱਚੀ ਸੁੱਚੀ ਸੋਚ ਦਾ ਅੰਤ ਨਹੀਂ ਪਾਇਆ ਜਾਂਦਾ। ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਆਦੇਸ਼ ਦਾ ਮਤਲਬ ਨਮਸਕਾਰ ਕਰਨਾ, ਆਦਰ ਕਰਨਾ। ਜੋ ਸਚਿਆਰ ਪੁਰਸ਼ ਹੈ ਉਸ ਨੂੰ ਨਮਸਕਾਰ ਕਰਨਾ ਹੀ ਬਣ ਆਉਂਦਾ ਹੈ, ਭਾਵ ਕਿ ਉਹਦਾ ਆਦਰ ਔਰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਸ ਦਾ ਅਸੀਂ ਆਦਰ ਸਤਿਕਾਰ ਕਰਾਂਗੇ, ਜਿਸ ਦੇ ਚਰਨ ਸ਼ਰਨ ਵਿੱਚ ਅਸੀਂ ਰਹਾਂਗੇ ਸੰਗਤ ਵਿੱਚ, ਉਹਦੇ ਗੁਣ ਸਾਡੇ ਵਿੱਚ ਆਉਣਗੇ। ਇਹ ਸੁਭਾਵਿਕ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੈਸੀ ਦੀ ਸੰਗਤ ਵਿੱਚ ਰਹਾਂਗੇ ਉਹ ਗੁਣ ਸਾਡੀ ਜ਼ਿੰਦਗੀ ਵਿੱਚ ਆਉਣ ਦੀ ਸੰਭਾਵਨਾ ਬਣ ਜਾਏਗੀ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜੋ ਸਚਿਆਰ ਪੁਰਸ਼ ਨੇ ਉਹਨਾਂ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ। ਇਹਨੂੰ ਅਧਾਕਸ਼ਰ ਨਹੀਂ ਪੜਨਾ, ਅਧਾਖਿਰ। ਖੱਖੇ ਦੇ ਪੈਰ ਥੱਲੇ ਜੋ ਅੱਧਾ ਅਕਸ਼ਰ ਹੈ, ਜਦੋਂ ਇਹ ਸੱਜੇ ਪਾਸੇ ਨੂੰ ਖੁੱਲਦਾ ਹੋਏ ਨਾ, ਸੱਜੇ ਹੱਥ ਵਾਲੇ ਪਾਸੇ, ਤਾਂ ਉਦੋਂ ਇਹ ਅੱਧਾ ਯਈਆ ਹੁੰਦਾ ਹੈ। ਤੇ
ਤੇ ਜਦੋਂ ਇਹ ਖੱਬੇ ਪਾਸੇ ਨੂੰ ਇਸ ਦਾ ਮੂੰਹ ਖੁੱਲਿਆ ਹੋਏਗਾ ਉਦੋਂ ਇਹ ਅੱਧਾ ਹਾਹਾ ਹੋਏਗਾ। ਅਧਾਖਰ, ਅਧਿਆਖਰ ਦਾ ਮਤਲਬ ਅੱਧਾ ਅਕਸ਼ਰ। ਜੋ ਸਚਿਆਰ ਪੁਰਸ਼ ਹੈ, ਰੱਬ ਦੇ ਅੰਦਰ ਅਭੇਦ ਹੋਇਆ ਹੈ, ਉਹਦੀ ਮਹਿਮਾ ਦਾ ਅੱਧਾ ਅੱਖਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਯਾਨੀ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ, ਰੰਚਕ ਮਾਤਰ ਵੀ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ। ਉਹਦੀ ਮਹਿਮਾ ਦਾ ਅੱਧਾ ਅੱਖਰ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਭਾਵ ਕਿ ਉਹਦੀ ਮਹਿਮਾ ਮਹਾਨ ਹੈ, ਉਹਦੇ ਗੁਣ ਮਹਾਨ ਨੇ, ਉਹਦੀ ਸੋਚ ਮਹਾਨ ਹੈ, ਉਹਨੂੰ ਅਸੀਂ ਬਿਆਨ ਨਹੀਂ ਕਰ ਪਾਵਾਂਗੇ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਠਾਕੁਰ ਦਾ ਮਤਲਬ ਹੁੰਦਾ ਹੈ ਮਾਲਕ, ਮਤਲਬ ਪੂਜਨੀਕ, ਸਤਿਕਾਰਯੋਗ। ਇੱਥੇ ਠਾਕੁਰ ਦਾ ਮਤਲਬ ਸਤਿਕਾਰਯੋਗ ਹੈ ਕਿ ਜੋ ਸਚਿਆਰ ਪੁਰਸ਼ ਹੈ ਉਹ ਸਾਰਿਆਂ ਵਾਸਤੇ ਹੀ ਸਤਿਕਾਰਯੋਗ ਹੈ, ਸਾਰਿਆਂ ਦਾ ਹੀ ਮਾਲਕ। ਮਾਲਕ ਦਾ ਮਤਲਬ ਸਤਿਕਾਰਯੋਗ ਹੈ। ਉਹ ਜਿਹੜਾ ਵੀ ਇਨਸਾਨ ਮਨ ਵਚਨ ਕਰਮ ਕਰਕੇ ਸੱਚੇ ਰਾਹਾਂ ਤੇ ਚੱਲੇਗਾ, ਸੁਭਾਵਿਕ ਹੈ ਕਿ ਉਹਨੂੰ ਦੁਨੀਆ 'ਚ ਸਤਿਕਾਰ ਮਿਲੇਗਾ। ਗੁਰੂ ਜੀ ਦਾ ਪਾਵਨ ਬਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੋ ਵੀ ਸੱਚੇ ਰਾਹਾਂ ਤੇ ਚੱਲੇਗਾ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਜਿਸ ਦਾ ਆਚਰਨ ਉੱਚਾ ਹੈ, ਜਿਸ ਦੀ ਵਿਚਾਰ ਉੱਚੀ ਹੈ, ਜਿਸ ਦੀ ਸੋਚ ਉੱਚੀ ਹੈ, ਜਿਸ ਦੀ ਕਰਨੀ ਉੱਚੀ ਹੈ, ਜਿਹਦਾ ਸੁਭਾਅ ਚੰਗਾ ਹੈ, ਉਹਨੂੰ ਹਰ ਥਾਂ ਤੇ ਮਾਣ ਆਦਰ ਸਤਿਕਾਰ ਮਿਲੇਗਾ ਹੀ ਮਿਲੇਗਾ। ਇਸ ਲਈ ਜੋ ਸਚਿਆਰ ਪੁਰਸ਼ ਹੈ ਉਹ ਸਾਰਿਆਂ ਦਾ ਹੀ ਪੂਜਨੀਕ ਹੈ, ਸਾਰੇ ਹੀ ਉਹਦਾ ਆਦਰ ਔਰ ਸਤਿਕਾਰ ਕਰਦੇ ਹਨ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ। ਮਿੱਤ ਦਾ ਮਤਲਬ ਹੁੰਦਾ ਹੈ ਅੰਦਾਜ਼ਾ, ਹੱਦ ਬੰਨਾ। ਅੰਦਾਜ਼ਾ, ਮਿੱਤ ਦਾ ਮਤਲਬ ਮਾਪ, ਬਖਾਨੇ ਦਾ ਮਤਲਬ ਬਿਆਨ ਕਰੇ। ਜੋ ਸਚਿਆਰ ਪੁਰਸ਼ ਹੈ, ਜਿਸ ਨੇ ਬ੍ਰਹਮ ਦੇ ਨਾਲ ਸਾਂਝ ਪਾਈ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਉਹਦੀ ਉੱਚੀ ਜ਼ਿੰਦਗੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ? ਉਹਦੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ? ਕੋਈ ਵੀ ਨਹੀਂ ਕਰ ਸਕਦਾ। ਦੇਖੋ, ਜਿਹੜਾ ਬੰਦਾ, ਹੁਣ ਮੈਂ ਹਾਂ, ਜਿੰਨੀ ਕੁ ਮੇਰੀ ਸੋਚ ਹੈ, ਜੈਸੀ ਮੇਰੀ ਮਾਨਸਿਕਤਾ ਹੈ, ਮੈਂ ਉਸ ਐਂਗਲ ਤੋਂ ਹੀ ਸੋਚ ਸਕਾਂਗਾ। ਜਿੰਨੀ ਕੁ ਮੇਰੀ ਮਤ ਬੁੱਧ ਹੈ, ਮੈਂ ਓਨਾ ਕੁ ਬਿਆਨ ਕਰ ਸਕਾਂਗਾ। ਹੁਣ ਜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਉੱਚੀ ਸੋਚ ਨੂੰ ਬਿਆਨ ਕਰਨਾ ਹੋਵੇ ਤਾਂ ਮੈਂ ਕਿਵੇਂ ਕਰ ਸਕਣਾ ਉਹਨਾਂ ਦੀ ਉੱਚੀ ਸੋਚ ਨੂੰ ਬਿਆਨ, ਜਿਹੜਾ ਥੋੜੀ ਜਿਹੀ ਗੱਲ ਤੋਂ ਹੀ ਡੋਲ ਜਾਂਦਾ ਹਾਂ, ਜੋ ਸਵਾਰਥੀ ਹਾਂ, ਜਿਹਦੇ ਅੰਦਰ ਡਰ ਔਰ ਭੈ ਹੈ। ਤਾਂ ਉਹਨਾਂ ਦੀ ਉੱਚੀ ਸੋਚ ਕਿ ਕਿਸੇ ਵਾਸਤੇ, ਕਿਸੇ ਨੂੰ ਜ਼ਿੰਦਗੀ ਦੇਣ ਲਈ ਆਪਣੇ ਆਪ ਨੂੰ ਆਰੇ ਨਾਲ ਚਲਾ ਲੈਣਾ, ਹਿਊਮਨ ਰਾਈਟਸ ਵਾਸਤੇ, ਕਿਸੇ ਨੂੰ ਜੀਵਨ ਦੇਣ ਵਾਸਤੇ ਆਪਣੇ ਬੰਦ-ਬੰਦ ਘਟਾ ਲੈਣੇ, ਦੇਗ ਵਿੱਚ ਉਬਲ ਜਾਣਾ, ਚਰਖੜੀਆਂ ਤੇ ਚੜ ਜਾਣਾ, ਆਪਣੇ ਬੱਚਿਆਂ ਦੇ ਹਾਰ ਟੁਕੜਿਆਂ ਦੇ ਆਪਣੇ ਗਲੇ ਵਿੱਚ ਪਵਾ ਲੈਣੇ, ਆਪਣੇ ਬੱਚਿਆਂ ਦੇ ਕਲੇਜੇ ਮੂੰਹ 'ਚ ਪਵਾ ਲੈਣੇ, ਇਸ ਕਰਕੇ ਕਿ ਲੋਕ ਛਾਤੀ ਚੌੜੀ ਕਰਕੇ ਤੁਰ ਸਕਣ, ਆਨੰਦ ਮਾਣ ਸਕਣ, ਜ਼ਿੰਦਗੀ ਜੀ ਸਕਣ। ਉਹਨਾਂ ਦੀ ਸੋਚ ਨੂੰ ਬਿਆਨ ਕਰਨਾ ਕੋਈ ਸੌਖਾ ਹੈ? ਕਿੰਨੀ ਉੱਚੀ ਸੋਚ ਹੋਏਗੀ ਉਹਨਾਂ ਦੀ, ਕਿੰਨੀ ਪਵਿੱਤਰ ਜ਼ਿੰਦਗੀ ਹੋਏਗੀ ਉਹਨਾਂ ਦੀ। ਉਹਨਾਂ ਦੇ ਭੇਦ ਨੂੰ ਕੌਣ ਪਾ ਸਕਦਾ ਕਿ ਉਹਨਾਂ ਦੇ ਅੰਦਰ ਮਨੁੱਖਤਾ ਵਾਸਤੇ ਕਿੰਨਾ ਕੁ ਦਰਦ ਹੋਏਗਾ। ਸਾਡੇ ਤੇ ਗੁਆਂਢ ਵਿੱਚ ਕੋਈ ਬਿਮਾਰ ਹੋਏ ਤੇ ਅਸੀਂ ਪਤਾ ਲੈਣ ਨਹੀਂ ਜਾਂਦੇ। ਸਾਡਾ ਤੇ ਆਪਣਾ ਕੋਈ ਪਿਆਰਾ ਚੜ੍ਹਾਈ ਕਰ ਜਾਏ ਤੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਾ ਹੋਵੇ ਤੇ ਅਸੀਂ ਘੜੀਆਂ ਵੇਖਦੇ ਹਾਂ, ਯਾਰ ਚੁੱਕ ਵੀ ਲਓ ਹੁਣ ਜ਼ਰੂਰ, ਵੀ ਹੁਣ ਇਹ ਮਰ ਗਿਆ ਤੇ ਅਸੀਂ ਵੀ ਨਾਲ ਹੀ ਮਰਨਾ ਹੈ। ਉਹਨਾਂ ਦੀ ਕਿੰਨੀ ਸੋਚ ਉੱਚੀ ਹੋਏਗੀ, ਕਿੰਨਾ ਦਰਦ ਹੋਏਗਾ ਉਹਨਾਂ ਦੇ ਅੰਦਰ ਕਿ ਜਿਹੜੇ ਆਪਣਾ ਆਪਾ ਚਿਰਵਾ ਗਏ। ਤਾਂ ਜੋ ਸਚਿਆਰ ਪੁਰਸ਼ ਹੈ, ਉਹਨਾਂ ਦੀ ਮਾਪ, ਉਹਨਾਂ ਦੀ ਜ਼ਿੰਦਗੀ ਦਾ, ਉਹਨਾਂ ਦੀ ਉੱਚੀ ਸੋਚ ਦਾ ਅੰਦਾਜ਼ਾ ਆਮ ਮਨੁੱਖ ਨਹੀਂ ਲਗਾ ਸਕਦਾ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਗਤ ਦਾ ਮਤਲਬ ਹਾਲਾਤ, ਜੋ ਉਹਨਾਂ ਦੀ ਸੋਚ ਹੈ, ਉਹਨਾਂ ਦੀ ਮੈਂਟੈਲਿਟੀ ਹੈ, ਉਸ ਸੋਚ ਦਾ ਅੰਦਾਜ਼ਾ ਬ੍ਰਹਮ ਗਿਆਨੀ ਆਪ ਹੀ ਜਾਣਦਾ। ਬ੍ਰਹਮ ਗਿਆਨੀ ਮੀਨਸ ਸਚਿਆਰ ਪੁਰਸ਼, ਜੋ ਰੱਬ ਦੇ ਅੰਦਰ ਅਭੇਦ ਹੋ ਗਿਆ, ਜੋ ਮਨ ਵਚਨ ਕਰਮ ਕਰਕੇ ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਉਹ ਆਪਣੀ ਮਹਿਮਾ ਨੂੰ ਆਪ ਹੀ ਜਾਣ ਸਕਦਾ ਹੈ, ਆਪਣੀ ਉੱਚੀ ਸੋਚ ਨੂੰ ਆਪ ਹੀ ਜਾਣ ਸਕਦਾ ਹੈ। ਕਿਉਂਕਿ ਉਸ ਜਿਹੜੀ ਉੱਚੀ ਸੋਚ ਹੋਵੇ ਤਾਂ ਹੀ ਬੰਦਾ ਦੂਜਾ ਜਾਣੇ। ਜਿਸ ਦੀ ਸੋਚ ਨੀਵੀਂ ਹੈ, ਮੰਨ ਲਓ ਹੁਣ ਮੈਂ ਛੱਤ ਦੇ ਥੱਲੇ ਖੜਾ ਹਾਂ ਤੇ ਛੱਤ ਦੇ ਉੱਤੇ ਕੀ ਹੈ, ਮਕਾਨ ਦੇ ਛੱਤ ਤੇ ਮੈਨੂੰ ਕੀ ਪਤਾ ਹੈ?
ਥੱਲੇ ਖਲੋਤਾ ਛੱਤ ਦੇ ਉੱਤੇ ਦਾ ਪਤਾ ਨਹੀਂ ਲਾ ਸਕਦਾ। ਤਾਂ ਹੀ ਮੈਂ ਜਾਣਾਂਗਾ ਜੇ ਮੈਂ ਛੱਤ ਦੇ ਉੱਤੇ ਜਾਵਾਂਗਾ। ਥੱਲੇ ਖਲੋਤਾ ਬੰਦਾ ਛੱਤ ਬਾਰੇ ਨਹੀਂ ਜਾਣ ਸਕਦਾ। ਹੁਣ ਮੇਰੇ ਤੋਂ ਕੋਈ ਪੁੱਛੇ ਵੀ ਬੰਬੇ ਬਾਰੇ ਭਾਈ ਸਾਹਿਬ ਥੋੜੀ ਜਾਣਕਾਰੀ ਹੈ, ਤੇ ਮੈਂ ਬੰਬੇ ਬਾਰੇ ਜਾਣਕਾਰੀ ਦੇ ਹੀ ਨਹੀਂ ਸਕਦਾ ਕਿਉਂਕਿ ਮੈਂ ਉੱਥੇ ਗਿਆ ਨਹੀਂ। ਤਾਂ ਮੈਂ ਕਿਵੇਂ ਜਾਣਕਾਰੀ ਦੇ ਸਕਦਾ? ਹੁਣ ਜਿਹੜਾ ਬੰਦਾ ਉਸ ਸੋਚ ਦਾ ਧਾਰਨੀ ਹੀ ਨਹੀਂ, ਤਾਂ ਉਸ ਸੋਚ ਬਾਰੇ ਕਿਵੇਂ ਜਾਣ ਸਕਦਾ ਕਿ ਉਹ ਸੋਚ ਕੈਸੀ ਹੈ? ਕਿਵੇਂ ਜੀ ਕਰ ਜਾਂਦਾ ਹੈ ਕਿ ਕਿਸੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ? ਇਹ ਤਾਂ ਹੁਣ ਉਹ ਹੀ ਜਾਣਦਾ ਨਾ ਜਿਹੜਾ ਉਸ ਸੋਚ ਦਾ ਧਾਰਨੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਸਚਿਆਰ ਪੁਰਸ਼ ਹੈ ਉਹਦੀ ਉੱਚੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਗੱਲਾਂ ਦੇ ਨਾਲ ਉਹਦਾ ਸੁੱਖ ਨਹੀਂ ਮਾਣਿਆ ਜਾ ਸਕਦਾ। ਉਸ ਅਵਸਥਾ ਤੇ ਜਾ ਕੇ ਹੀ ਉਸ ਸੁੱਖ ਨੂੰ ਮਾਣਿਆ ਜਾ ਸਕਦਾ ਹੈ। ब्रह्म ज्ञानी का अंत ना पार, जो सचियार पुरुष है, मन वचन कर्म करके जो सच का धारनी हो गया। ब्रह्म ज्ञानी कौन है? मन साचा, मुख साचा सोए, अवर ना पेखै, एकस बिन कोई। यानी जो मन वचन और कर्म करके सच का धारनी है, ਉਹਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ। ਉਹ ਇੱਕ ਗੁਣਾਂ ਦਾ ਸਮੁੰਦਰ ਹੈ ਮਾਨੋ। ਉਹਦੇ ਗੁਣਾਂ ਦਾ ਹੱਦ ਬੰਨਾ ਹੀ ਕੋਈ ਨਹੀਂ। ਉਹਦੀ ਸੋਚ ਦੀ ਵਿਸ਼ਾਲਤਾ ਦਾ ਹੱਦ ਬੰਨਾ ਨਹੀਂ ਹੈ। ਕਿੰਨੇ ਕੁ ਉਹਦੇ ਅੰਦਰ ਗੁਣ ਹੋਣਗੇ, ਕਿੰਨਾ ਕੁ ਉੱਚਾ ਔਰ ਮਹਾਨ ਹੋਏਗਾ, ਇਹਦਾ ਅੰਦਾਜ਼ਾ ਕਦੇ ਲਗਾਓ ਭਾਈ ਕਨ੍ਹਈਆ ਜੀ ਵੱਲ ਝਾਤੀ ਮਾਰ ਕੇ। ਤਾਂ ਜਦੋਂ ਅਸੀਂ ਆਪਣੀ ਸੋਚ ਮੁਤਾਬਕ ਸੋਚਾਂਗੇ ਤੇ ਓਪਰਾ ਜਿਹਾ ਨਹੀਂ ਲੱਗਦਾ ਕਿ ਯਾਰ ਉਹ ਲੋਕ ਚੜ ਕੇ ਆਏ ਹੋਣ, ਚੜ੍ਹਾਈ ਕਰਕੇ ਕਿਲਾ ਢਾ ਰਹੇ ਹੋਣ, ਸਿੱਖਾਂ ਨੂੰ ਮਾਰ ਰਹੇ ਹੋਣ, ਕਤਲ ਕਰ ਰਹੇ ਹੋਣ, ਤੇ ਉਹਨਾਂ ਨੂੰ ਵੀ ਉਹ ਪਾਣੀ ਪਿਆਏ। ਓਪਰਾ ਲੱਗਦਾ ਹੈ ਨਾ। ਤੇ ਲੱਗਿਆ ਵੀ ਸੀ ਕੁਛ ਲੋਕਾਂ ਨੂੰ, ਸ਼ਿਕਾਇਤ ਵੀ ਕੀਤੀ ਗਈ। ਤੇ ਫਿਰ ਉਸ ਗੱਲ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਨੇ ਨਾ। ਜਦੋਂ ਗੁਰੂ ਜੀ ਨੂੰ ਦੱਸਿਆ, ਪੁੱਛਿਆ ਵੀ ਕਿਉਂ ਪਾਣੀ ਪਿਲਾ ਰਹੇ ਹੈ, ਤੇ ਕਿਹਾ ਪਾਤਸ਼ਾਹ ਤੁਹਾਡਾ ਹੁਕਮ ਸੀ ਵੀ ਜ਼ਖਮੀਆਂ ਨੂੰ ਪਾਣੀ ਪਿਲਾਣਾ ਹੈ, ਮੈਨੂੰ ਤੇ ਜ਼ਖਮੀ ਦਿਸ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਸੀਨੇ ਨਾਲ ਲਾਉਂਦੇ ਨੇ ਵੀ ਐਸੀ ਉੱਚੀ ਸੋਚ ਵਾਲੇ ਸਿੱਖਾ, ਤਾਲ ਹੈ ਤੇਰੇ ਹੱਥ ਵਿੱਚ ਮਰਮ ਵੀ ਚਾਹੀਦੀ ਹੈ। ਹੁਣ ਅਸਲ ਦੇ ਅੰਦਰ ਰੈੱਡ ਕਰਾਸ ਸੁਸਾਇਟੀ ਦਾ ਜਨਮਦਾਤਾ ਸਿੱਖ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਪ੍ਰਚਾਰ ਨਹੀਂ ਕਰ ਸਕੇ, ਅਸੀਂ ਉਸ ਚੀਜ਼ ਨੂੰ ਪੇਸ਼ ਨਹੀਂ ਕਰ ਪਾਏ, ਤੇ ਰੈੱਡ ਕਰਾਸ ਸੁਸਾਇਟੀ ਦਾ ਜਨਮਦਾਤਾ ਦਾ ਖਿਤਾਬ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਅਸਲ ਦੇ ਅੰਦਰ ਰੈੱਡ ਕਰਾਸ ਸੁਸਾਇਟੀ ਦਾ ਜਨਮਦਾਤਾ ਜਿਹੜਾ ਹੈ ਉਹ ਸਿੱਖ ਹੀ ਹੈ ਨਾ। ਭਾਈ ਕਨ੍ਹਈਆ ਦੇਖੋ ਪਾਣੀ ਪਿਲਾ ਰਹੇ ਨੇ ਜ਼ਖਮੀਆਂ ਨੂੰ, शुरुआत ਉੱਥੇ ਹੀ ਹੋਈ ਹੈ। ब्रह्म ज्ञानी का अंत ना पार, नानक ब्रह्म ज्ञानी को सदा नमस्कार। ब्रह्म ज्ञानी ਨੂੰ ਤਾਂ ਨਮਸਕਾਰ ਕਰਨੀ ਬਣਾਉਂਦੀ ਹੈ, ਉਹਦਾ ਅਸੀਂ ਸਤਿਕਾਰ ਕਰ ਸਕਦੇ ਹਾਂ। ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਜੋ ਰੱਬ ਦਾ ਪਿਆਰਾ ਹੈ, ਮਨ ਬਚਨ ਕਰਕੇ ਸੱਚਾ ਹੈ, ਜਿਹਦੇ ਮਨ ਵਿੱਚ ਵੀ ਸੱਚ ਹੈ, ਜਿਹਦੇ ਮੁਖ ਵਿੱਚ ਵੀ ਸੱਚ ਹੈ, ਜਿਹਦੇ ਵਿਹਾਰ ਵਿੱਚ ਵੀ ਸੱਚ ਹੈ, ਉਸ ਬੰਦੇ ਦਾ ਸਤਿਕਾਰ ਕਰਨਾ ਬਣਦਾ ਹੈ। ਅਸੀਂ ਉਹਦਾ ਸਤਿਕਾਰ ਕਰ ਸਕਦੇ ਹਾਂ, ਮਾਣ ਕਰ ਸਕਦੇ ਹਾਂ, ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਤਾਂ ਐਸੀ ਜਿਹੜੀ ਸੋਚ ਹੈ ਨਾ, ਇਹ ਸਾਨੂੰ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਹੈ। ਦੇਖੋ ਸਿੰਪਲ ਗੱਲ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਨੂੰ ਜਾਣਨ ਵਾਲਾ ਕੌਣ ਹੈ? ਜਿਹਦੇ ਮਨ ਵਿੱਚ ਵੀ ਸੱਚ ਹੈ, ਜਿਹਦੇ ਮੁਖ ਵਿੱਚ ਵੀ ਸੱਚ ਹੈ, ਜਿਹਦੇ ਵਿਹਾਰ ਵਿੱਚ ਵੀ ਸੱਚ ਹੈ। ਜਿਹੜਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਗਿਆ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ, ਉਹ ਬ੍ਰਹਮ ਨੂੰ ਜਾਣਨ ਵਾਲਾ ਹੋ ਗਿਆ। ਦੇਖੋ ਕਿੰਨਾ ਸੌਖਾ ਕੰਮ ਹੈ। ਹੁਣ ਨਾ ਤੇ ਇੱਥੇ ਮਾਲਾ ਫੇਰਨ ਦੀ ਗੱਲ ਕਹੀ ਜਾ ਰਹੀ ਹੈ, ਜਿਹੜਾ ਮਾਲਾ ਫੇਰਦਾ ਹੈ, ਜਾਂ ਜਿਹੜਾ ਘਰ ਦਾ ਤਿਆਗ ਕਰਦਾ ਹੈ, ਜਾਂ ਜੋ ਸਮਾਧੀਆਂ ਲਾਉਂਦਾ ਹੈ, ਜਾਂ ਜੋ ਕਿਸੇ ਮੰਤਰ ਦਾ ਰਟਨ ਕਰਦਾ ਹੈ, ਜਾਂ ਜੰਗਲ ਵਿੱਚ ਜਾਂਦਾ ਹੈ, ਜਾਂ ਮੜੀਆਂ ਵਿੱਚ ਜਾਂਦਾ ਹੈ, ਜਾਂ ਸੁਆਹ ਸਿਰ ਵਿੱਚ ਪਾਉਂਦਾ ਹੈ, ਜਾਂ ਤਪੱਸਿਆ ਕਰਦਾ ਹੈ, ਕੁਛ ਵੀ ਨਹੀਂ। ਸਿੱਧੀ ਸਾਫ਼ ਗੱਲ ਕਿ ਮਨ ਵਿੱਚ ਵੀ ਸੱਚ, ਮੁਖ ਵਿੱਚ ਵੀ ਸੱਚ, ਔਰ ਵਿਹਾਰ ਦੇ ਅੰਦਰ ਵੀ ਸੱਚ, ਰੱਬ ਵਰਗਾ ਪਿਆਰ ਵਿਹਾਰ। ਤੇ ਐਸੀ ਜ਼ਿੰਦਗੀ ਅਸੀਂ ਜੀ ਸਕਦੇ ਹਾਂ ਜੇ ਚਾਹੀਏ ਤਾਂ। ਇੰਪੋਸੀਬਲ ਨਹੀਂ ਹੈ, ਹੋ ਸਕਦਾ ਥੋੜੀ ਔਖੀ ਲੱਗਦੀ ਹੋਵੇ, ਪਰ ਲੱਗਦੀ ਹੈ। ਜਦੋਂ ਅਸੀਂ ਜੀਣਾ ਸ਼ੁਰੂ ਕਰਾਂਗੇ ਤਾਂ ਸੱਚੀ ਜ਼ਿੰਦਗੀ ਜੀਣੀ ਔਖੀ ਨਹੀਂ ਹੈ। ब्रह्म ज्ञानी सब सृष्ट का करता। ਹੁਣ ਜੋ
ਰੱਬ ਨੂੰ ਜਾਣਨ ਵਾਲਾ ਹੈ ਨਾ, ਸਚਿਆਰ ਪੁਰਸ਼ ਹੈ, ਉਹ ਸਾਰੀ ਸ੍ਰਿਸ਼ਟੀ ਦੇ ਕਰਤੇ ਰੱਬ ਦਾ ਹੀ ਰੂਪ ਹੈ, ਉਹਦੇ ਵਿੱਚ ਅਭੇਦ ਹੈ। ਇਹਦਾ ਮੀਨਿੰਗ ਇਹ ਨਹੀਂ ਕਿ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਹੈ ਉਹਨੇ ਇਹ ਸ੍ਰਿਸ਼ਟੀ ਬਣਾਈ ਹੈ। ਸਭ ਸ੍ਰਿਸ਼ਟ ਦਾ ਕਰਤਾ ਦਾ ਮਤਲਬ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਰੱਬ ਹੈ ਨਾ, ਬ੍ਰਹਮ ਗਿਆਨੀ ਉਹਦੇ ਵਿੱਚ ਅਭੇਦ ਹੈ, ਉਹਦਾ ਹੀ ਰੂਪ ਹੈ, ਉਹਦੇ ਵਾਲੇ ਗੁਣ ਉਹਦੇ ਵਿੱਚ ਮੌਜੂਦ ਨੇ। ਜੋ ਮਨ ਬਚਨ ਔਰ ਕਰਮ ਕਰਕੇ ਸੱਚਾ ਇਨਸਾਨ ਹੈ, ਉਹ ਸਾਰੀ ਸ੍ਰਿਸ਼ਟੀ ਕਰਤੇ ਦਾ ਹੀ ਰੂਪ ਹੈ। ਔਰ ਇੱਕ ਗੱਲ ਸਮਝ ਲੈਣੀ, ਦੇਖੋ ਰੱਬ ਹੈ ਕਰਤਾ, ਤੇ ਕਰਤਾ ਤੋਂ ਸਾਨੂੰ ਕਿਰਤ ਦਾ ਸਿਧਾਂਤ ਮਿਲਦਾ ਹੈ। ਇਹ ਅਸਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰਿਆ ਸੀ। ਮੈਂ ਥੋੜੀ ਜਿਹੀ ਵਿਚਾਰ ਇੱਥੇ ਫਿਰ ਕਰਦੇ ਹਾਂ। ਰੱਬ ਕਰਤਾ ਹੈ, ਕ੍ਰੀਏਟਰ ਹੈ, ਇਹ ਰੱਬ ਦਾ ਇੱਕ ਗੁਣ ਹੈ। ਰਾਚ ਰਹਿਓ ਰਚਨਾ ਪ੍ਰਵਪਨੀ, ਤੇ ਰੱਬ ਦੀ ਇਸ ਰਚਨਾ ਦੇ ਅੰਦਰ ਹਰ ਸ਼ੈ ਨਵੀਂ ਰਚੀ ਜਾ ਰਹੀ ਹੈ। ਸਾਹਿਬ ਮੇਰਾ ਨੀਤ ਨਵਾਂ। ਦੇਖੋ ਕਿੰਨੇ ਇੱਥੇ ਲੱਖਾਂ ਕਰੋੜਾਂ ਆਦਮੀ ਨੇ, ਇਸਤਰੀਆਂ ਪੁਰਸ਼ ਨੇ, ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ। ਜੇ ਕੋਈ ਜੋੜੇ ਭੈਣ ਭਰਾ ਹੈ ਵੀ ਨੇ ਨਾ, ਤਾਂ ਉਹਨਾਂ ਵਿੱਚ ਵੀ ਥੋੜਾ ਜਿਹਾ ਫਰਕ ਜ਼ਰੂਰ ਹੁੰਦਾ ਹੈ। ਬੇਸ਼ੱਕ ਅਸੀਂ ਨਹੀਂ ਪਛਾਣ ਪਾਉਂਦੇ, ਪਰ ਮਾਂ-ਬਾਪ ਪਛਾਣ ਲੈਂਦੇ ਨੇ। ਕਿਸੇ ਦੀ ਸ਼ਕਲ, ਕਿਸੇ ਦੀ ਆਵਾਜ਼ ਦੂਜੇ ਦੇ ਨਾਲ ਨਹੀਂ ਮਿਲਦੀ, ਵਿਚਾਰ ਦੂਜੇ ਨਾਲ ਨਹੀਂ ਮਿਲਦੀ। ਇੱਥੋਂ ਤੱਕ ਕਿ ਸਾਡੇ ਸਰੀਰ ਦਾ ਇੱਕ ਰੋਮ ਵੀ ਦੂਜੇ ਰੋਮ ਦੇ ਨਾਲ ਨਹੀਂ ਮਿਲਦਾ। ਕਿਸੇ ਰੁੱਖ ਦਾ ਇੱਕ ਪੱਤਾ ਵੀ ਦੂਜੇ ਪੱਤੇ ਵਰਗਾ ਨਹੀਂ ਹੈ। ਇੰਨੀ ਅਨੇਕਤਾ ਹੈ, ਹਰ ਸ਼ੈ ਨਵੀਂ ਹੈ। ਜਗਤ ਦੇ ਅੰਦਰ ਨਵੀਂ ਰਚਨਾ ਹੋ ਰਹੀ ਹੈ। ਤਾਂ ਜਿਹੜਾ ਬੰਦਾ ਕਰਤੇ ਦੇ ਨਾਲ ਜੁੜੇਗਾ, ਉਹ ਵੀ ਕਿਰਤ ਕਰੇਗਾ। ਤੇ ਕਿਰਤ ਕਰਨ ਦਾ ਮਤਲਬ ਸਿਰਫ ਇੰਨਾ ਨਹੀਂ ਕਿ ਉਹ ਦੁਕਾਨ ਕਰਕੇ, ਖੇਤੀ ਕਰਕੇ, ਵਪਾਰ ਜਾਂ ਜੌਬ ਕਰਕੇ ਸਿਰਫ ਬੱਚੇ ਪਾਲ ਲਵੇਗਾ। ਕਿਰਤ ਇੱਥੇ ਖਤਮ ਨਹੀਂ ਹੋ ਜਾਂਦੀ। ਵਾਸਤਵ ਦੇ ਵਿੱਚ ਕਿਰਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਇਹ ਕਿਰਤ ਹੈ। ਪਰ ਉਹ ਕਿਰਤ ਦੇ ਅੰਦਰ ਨਵੀਨਤਾ ਲਿਆਏਗਾ, ਨਵਾਂ ਕੁਝ ਕਰੇਗਾ। ਅਸੀਂ ਵੀ ਕੁਝ ਨਵਾਂ ਕਰਨਾ ਹੈ, ਅਸੀਂ ਵੀ ਕੁਝ ਨਵਾਂ ਕਰਨਾ ਹੈ। ਦੇਖੋ ਆ ਵਿਗਿਆਨਿਕ ਲੋਕ ਨੇ, ਇਹਨਾਂ ਨੇ ਨਵਾਂ ਸੋਚਿਆ ਹੈ ਤੇ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਰਹੇ ਨੇ ਨਾ। ਇੱਕ ਕੰਪਨੀ ਦੂਜੀ ਕੰਪਨੀ ਨਾਲੋਂ ਫੋਨ ਜਾਂ ਕੰਪਿਊਟਰ ਜਾਂ ਬੱਸਾਂ ਟਰੱਕ ਜਾਂ ਹੋਰ ਹਰ ਸ਼ੈ ਨਵੀਂ, ਕੁਛ ਨਾ ਕੁਛ ਨਵਾਂ ਨਿਕਲ ਰਿਹਾ ਨਾ, ਕਿਉਂਕਿ ਨਵਾਂ ਸੋਚ ਰਹੇ ਨੇ, ਨਵਾਂ ਕਰ ਰਹੇ ਨੇ। ਇਸ ਤਰ੍ਹਾਂ ਨਵੀਆਂ ਖੋਜਾਂ ਦਾ ਸਿਲਸਿਲਾ ਜਾਰੀ ਰਹੇਗਾ। ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਵਿਗਿਆਨਿਕ ਹੀ ਬਣ ਜਾਵਾਂਗੇ। ਹਰ ਬੰਦਾ ਆਪਣੇ ਆਪਣੇ ਫੀਲਡ ਦੇ ਅੰਦਰ ਕੁਛ ਨਾ ਕੁਛ ਨਵਾਂ ਕਰ ਸਕਦਾ ਹੈ, ਕਿਉਂਕਿ ਸਾਹਿਬ ਨਵਾਂ ਹੈ। ਇਸ ਲਈ ਅਸੀਂ ਆਪਣੀ ਜ਼ਿੰਦਗੀ ਵਿੱਚ ਨਵੀਨਤਾ ਲਿਆਉਣੀ ਹੈ। ਕਿਵੇਂ ਲਿਆਉਣੀ ਹੈ? ਦੇਖੋ ਸਿੰਪਲ ਗੱਲਾਂ ਨੇ, ਮੈਂ ਆਪ ਦੇ ਨਾਲ ਅੱਜ ਵਿਚਾਰ ਕਰ ਰਿਹਾ। ਤੇ ਸਪੋਜ਼ ਕਿ ਮੇਰੀ ਵਰਡਿੰਗ ਬੜੀ ਵਧੀਆ ਹੈ, ਤਾਂ ਇਹ ਵਧੀਆ ਵਰਡਿੰਗ ਦਾ ਐਂਡ ਨਹੀਂ ਹੈ। ਕੱਲ ਨੂੰ ਮੈਂ ਆਪਣੀ ਵਰਡਿੰਗ ਹੋਰ ਚੰਗੀ ਸੁਧਾਰ ਸਕਣਾ। ਜੇ ਕੋਈ ਪ੍ਰੋਬਲਮ ਹੈ ਵਰਡਿੰਗ ਵਿੱਚ, ਤਾਂ ਮੈਂ ਉਹਨੂੰ ਸੁਧਾਰ ਸਕਣਾ। ਮੇਰੀ ਵਰਡਿੰਗ ਵਿੱਚ ਹੋਰ ਵਾਧਾ ਹੋ ਸਕਦਾ ਹੈ। ਅੱਜ ਸਾਡਾ ਮਿਲਵਰਤਨ ਭੈਣਾਂ ਭਰਾਵਾਂ ਦਾ ਬਹੁਤ ਵਧੀਆ ਰਿਹਾ, ਪਰ ਇਹ ਵਧੀਆ ਮਿਲਵਰਤਨ ਦਾ ਚੰਗਾ ਬਣਾ ਸਕਦੇ ਹਾਂ। ਅੱਜ ਤੁਸੀਂ ਪਤੀ ਪਤਨੀ ਜਾਂ ਬੱਚੇ ਬੜੇ ਪਿਆਰ ਨਾਲ ਰਹੇ, ਤਾਂ ਇਹ ਪਿਆਰ ਦਾ ਐਂਡ ਨਹੀਂ ਹੈ। ਕੱਲ ਨੂੰ ਇਹਨੂੰ ਹੋਰ ਚੰਗਾ, ਹੋਰ ਪਿਆਰ ਵਧਾ ਸਕਦੇ ਹੋ। ਅੱਜ ਤੁਸੀਂ ਸਬਜ਼ੀ ਭਾਜੀ ਬਣਾਈ, ਬਹੁਤ ਸਵਾਦ ਬਣੀ, ਪਰ ਇਹ ਐਂਡ ਨਹੀਂ ਹੈ ਇਹਦਾ। ਤੁਸੀਂ ਜਾਂਦੇ ਹੋ ਨਾ ਰੈਸਟੋਰੈਂਟ ਤੇ, ਤਾਂ ਜਾਂਦੇ ਹੋ ਕਿਉਂਕਿ ਤੁਹਾਡੇ ਨਾਲ ਸਵਾਦ ਤੁਹਾਨੂੰ ਲੱਗਦਾ ਵੀ ਸ਼ਾਇਦ ਉੱਥੇ ਸਵਾਦ ਹੈ, 5 ਸਟਾਰ ਵਿੱਚ ਹੋਰ ਸਵਾਦ ਹੈ, ਕਿਉਂਕਿ ਉਹਨਾਂ ਦੀ ਕੁਆਲਿਟੀ ਹੈ ਨਾ। ਲੂਣ ਮਿਰਚ ਮਸਾਲਾ ਇਹੀ ਹੈ। ਇਹਦਾ ਮਤਲਬ ਤੁਸੀਂ ਘਰ ਵਿੱਚ ਵੀ 5 ਸਟਾਰ ਵਰਗਾ ਬਣਾ ਸਕਦੇ ਹੋ ਨਾ। ਵਿਕਾਸ ਹਰ ਚੀਜ਼ ਦਾ, ਕੱਪੜੇ ਟਾਕੀ ਪਾਉਣ ਦਾ, ਰਹਿਣ ਦਾ, ਘਰ ਦੀ ਸਾਫ਼ ਸਫਾਈ ਦਾ, ਗਲੀਆਂ ਦੀ ਸਾਫ਼ ਸਫਾਈ ਦਾ, ਬੋਲ ਬਾਣੀ ਵਿੱਚ, ਸੋਚ ਵਿੱਚ, ਵਰਡਿੰਗ ਵਿੱਚ, ਗਿਆਨ ਵਿੱਚ। ਕੱਲ ਨੂੰ ਅਸੀਂ ਹੋਰ ਪੜ੍ਹ ਸਕਦੇ ਹਾਂ, ਹੋਰ ਪੜ੍ਹ ਸਕਦੇ ਹਾਂ, ਹੋਰ ਪੜ੍ਹ ਸਕਦੇ ਹਾਂ। ਤਾਂ ਇਸ ਤਰ੍ਹਾਂ ਜਿਹੜਾ ਰੱਬ ਨੂੰ ਜਾਣਨ ਵਾਲਾ ਹੈ ਨਾ, ਉਹ ਸਾਰੇ ਸ੍ਰਿਸ਼ਟੀ ਦੇ ਕਰਤੇ ਦਾ ਰੂਪ ਹੈ। ਉਹ ਨਵੀਂ ਤੋਂ ਨਵੀਂ ਕਿਰਤ ਕਰ ਰਿਹਾ ਹੈ, ਨਵੀਂ ਤੋਂ ਨਵੀਂ ਸੋਚ ਦੇ ਰਿਹਾ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਜੋ ਬ੍ਰਹਮ ਨੂੰ ਜਾਣਨ ਵਾਲਾ ਹੈ, ਸਚਿਆਰ ਪੁਰਸ਼ ਹੈ, ਉਹ ਸਦਾ ਜਿਉਂਦਾ ਹੈ, ਕਦੇ ਮਰਦਾ ਨਹੀਂ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਸਰੀਰ ਕਰਕੇ ਨਹੀਂ ਮਰੇਗਾ।
ਦੇਖੋ, ਸਰੀਰ ਕਰਕੇ ਇਸ ਦੁਨੀਆ ਦੇ ਉੱਤੇ ਕਦੇ ਵੀ ਕੋਈ ਸਦਾ ਨਹੀਂ ਰਹਿੰਦਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਨਨੇ ਵੀ ਸਰੀਰ ਕਰਕੇ ਜਨਮ ਲਿਆ ਹੈ, ਉਹਦਾ ਅੰਤ ਇੱਕ ਦਿਨ ਜ਼ਰੂਰ ਹੋਏਗਾ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੈ, ਇੱਥੇ ਆਤਮਿਕ ਮੌਤ ਦੀ ਗੱਲ ਹੈ। ਜਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਨਾ, ਜਦੋਂ ਅਸੀਂ ਕਿਸੇ ਦੀ ਬਦਖੋਈ ਕਰਨੇ ਆ ਤਾਂ ਉਦੋਂ ਅੰਦਰੋਂ ਇਨਸਾਨੀਅਤ ਮਰ ਗਈ ਹੁੰਦੀ ਹੈ। ਬੰਦਾ ਤਾਂ ਹੀ ਕਿਸੇ ਦੀ ਝੂਠੀ ਬਦਖੋਈ ਕਰੇਗਾ। ਇੱਕ ਦੀ ਚੁਗਲੀ ਦੂਜੇ ਅੱਗੇ ਕਰਕੇ ਜਦੋਂ ਅਸੀਂ ਕਿਸੇ ਵਿੱਚ ਦੁਫੇੜ ਪਾਉਂਦੇ ਆ, ਕਿਸੇ ਦਾ ਘਰ ਤੋੜਦੇ ਆ, ਤਾਂ ਉਦੋਂ ਅੰਦਰੋਂ ਇਨਸਾਨੀਅਤ ਮਰ ਗਈ ਹੁੰਦੀ ਹੈ। ਜਿਉਂਦਾ ਇਨਸਾਨ ਇਹ ਨਹੀਂ ਕਰਦਾ। ਜਦੋਂ ਅਸੀਂ ਪਰ ਧਨ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਨਾਲ ਤੱਕਦੇ ਆ, ਉਦੋਂ ਅੰਦਰੋਂ ਇਨਸਾਨ ਮਰ ਗਿਆ ਹੁੰਦਾ ਹੈ। ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਆ ਕਿਸੇ ਵੀ ਰੂਪ ਵਿੱਚ, ਰਿਸ਼ਵਤ ਦੇ ਰੂਪ ਵਿੱਚ, ਝੂਠ ਬੋਲ ਕੇ ਜਾਂ ਕਿਸੇ ਵੀ ਤਰ੍ਹਾਂ, ਉਦੋਂ ਅੰਦਰੋਂ ਇਨਸਾਨੀਅਤ ਮਰ ਗਈ ਹੁੰਦੀ ਹੈ। ਤੇ ਗੁਰੂ ਜੀ ਕਹਿੰਦੇ ਨੇ, ਜੋ ਸਚਿਆਰ ਪੁਰਸ਼ ਹੈ ਉਹ ਆਤਮਿਕ ਜ਼ਿੰਦਗੀ ਜੀਂਦਾ ਹੈ, ਉਹਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ। ਉਹ ਆਪਣੇ ਅੰਦਰੋਂ ਕਦੇ ਇਨਸਾਨੀਅਤ ਨੂੰ ਨਹੀਂ ਮਰਨ ਦਿੰਦਾ। ਸਰੀਰ ਕਰਕੇ ਬੇਸ਼ੱਕ ਉਹ ਸ਼ਹੀਦੀਆਂ ਪਾ ਜਾਏ, ਸਰੀਰ ਤਿਆਗ ਜਾਏ, ਪਰ ਉਹ ਜ਼ਮੀਰ ਨਹੀਂ ਮਰਨ ਦਿੰਦਾ, ਇਨਸਾਨੀਅਤ ਨਹੀਂ ਮਰਨ ਦਿੰਦਾ। ਸਚਿਆਰ ਪੁਰਸ਼ ਦੇ ਅੰਦਰੋਂ ਕਦੇ ਵੀ ਇਨਸਾਨੀਅਤ ਨਹੀਂ ਮਰਦੀ। ਤੇ ਦੇਖੋ, ਜੇ ਅੱਜ ਸਮਾਜ ਦੇ ਲੋਕ ਮਨ ਬਚਨ ਕਰਮ ਕਰਕੇ ਸੱਚੇ ਹੋ ਜਾਣ, ਆਪਣੇ ਅੰਦਰ ਇਨਸਾਨੀਅਤ ਨੂੰ ਜਿੰਦਾ ਕਰ ਲੈਣ, ਤਾਂ ਇਸ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਮੁਕਤ ਜੁਗਤ, ਜੁਗਤ ਦਾ ਮਤਲਬ ਹੈਗਾ ਜੁਗਤੀ, ਵੇ ਆਫ ਲਾਈਫ। ਮੁਕਤ ਜੁਗਤ ਦਾ ਮਤਲਬ ਮੁਕਤੀ ਦਾ ਰਾਸਤਾ। ਜੀ ਕਾ ਦਾਤਾ ਦਾ ਮਤਲਬ ਆਤਮਿਕ ਜ਼ਿੰਦਗੀ ਦੇਣ ਵਾਲਾ। ਜੋ ਸਚਿਆਰ ਪੁਰਸ਼ ਹੈ ਉਹ ਮੁਕਤੀ ਦਾ ਰਾਹ ਦੱਸਣ ਵਾਲਾ ਔਰ ਆਤਮਿਕ ਜ਼ਿੰਦਗੀ ਦੀ ਦਾਤ ਦੇਣ ਵਾਲਾ ਬਣ ਜਾਂਦਾ ਹੈ, ਕਿਉਂਕਿ ਉਹਨੇ ਆਪ ਇਹ ਜ਼ਿੰਦਗੀ ਜੀਵੀ ਹੈ। ਤੇ ਸਾਨੂੰ ਉਹ ਰਾਸਤਾ ਦੱਸ ਸਕਦਾ ਹੈ ਕਿ ਤੁਸੀਂ ਐਵੇਂ ਜ਼ਿੰਦਗੀ ਜੀਵੋ ਤੇ ਤੁਹਾਡਾ ਵੀ ਜੀਵਨ ਸਫਲ ਹੋ ਸਕਦਾ ਹੈ। ਦੇਖੋ, ਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਬੜਾ ਪਿਆਰਾ ਗਾਈਡ ਕੀਤਾ ਹੈ, ਚੰਗੇ ਢੰਗ ਨਾਲ। ਇੱਕ ਸ਼ਬਦ ਆਪ ਪੜ੍ਹਦੇ ਹੋ ਨਾ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਹਾਈ। ਇਹ ਸ਼ਬਦ ਵਿੱਚ ਦੋ ਪੁਰਸ਼ਾਂ ਨੂੰ ਲਿਆ ਹੈ। ਇੱਕ ਉਹ ਜੋ ਗੁਰਮੁਖ ਹੈ, ਇੱਕ ਉਹ ਜੋ ਜਗਿਆਸੂ ਹੈ। ਇੱਕ ਜਿਹਦਾ ਮੇਲ ਹੋ ਗਿਆ ਸਚਿਆਰ ਦਾ, ਔਰ ਇੱਕ ਜਿਹੜਾ ਜਗਿਆਸੂ ਹੈ, ਜੋ ਮਿਲਣਾ ਚਾਹੁੰਦਾ ਹੈ। ਜਿਹੜਾ ਮਿਲਣਾ ਚਾਹੁੰਦਾ ਹੈ ਨਾ, ਉਹ ਦੂਜੇ ਨੂੰ ਕਹਿ ਰਿਹਾ ਵੀ ਗੁਰਮੁਖਾ, ਤੂੰ ਮੇਰੇ ਵਾਸਤੇ ਸਤਿਕਾਰਯੋਗ ਹੈ। ਅਸੀਂ ਦੋਵੇਂ ਇੱਕੋ ਹੀ ਪਿਤਾ ਦੇ ਬੱਚੇ ਹਾਂ, ਇੱਕੋ ਹੀ ਸਾਡਾ ਪਿਤਾ ਹੈ, ਤੇ ਤੂੰ ਮੇਰੇ ਵਾਸਤੇ ਸਤਿਕਾਰਯੋਗ ਹੈ। ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਪਾਵ ਮਲੋਵਾਂ ਮਲਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ। ਕਿ ਮੈਂ ਤੇਰੇ ਪੈਰ ਮਲਾਂਗਾ, ਮਲ ਮਲ ਕੇ ਧੋਵਾਂਗਾ, ਮਨ ਵੀ ਤੈਨੂੰ ਦੇ ਦਿਆਂਗਾ। ਸੁਣ ਮੀਤਾ ਹੁਣ ਤੇਰੀ ਸਰਨਾਈ ਆਇਆ, ਪ੍ਰਭ ਮਿਲੋਂ ਦੇਹੁ ਉਪਦੇਸ਼ਾਂ। ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਮੈਨੂੰ ਕੋਈ ਐਸਾ ਉਪਦੇਸ਼ ਦੇ, ਕੋਈ ਇਹੋ ਜਿਹਾ ਰਾਹ ਦੱਸ ਕਿ ਮੈਂ ਰੱਬ ਦੇ ਨਾਲ ਮਿਲ ਪਵਾਂ। ਤੇ ਉਹ ਉਪਦੇਸ਼ ਦੇਖੋ ਫਿਰ ਕੀ ਕਰਦਾ ਜਗਿਆਸੂ ਨੂੰ। ਅਗਲਾ ਜੋ ਗੁਰਮੁਖ ਬੰਦਾ ਹੈ ਉਹ ਕਹਿੰਦਾ, ਮਾਨ ਨਾ ਕੀਜੈ ਸਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਕਿ ਪਿਆਰਿਆ, ਜੇ ਰੱਬ ਨੂੰ ਮਿਲਣਾ ਚਾਹੁੰਦਾ ਤੇ ਮਾਨ ਨਹੀਂ ਕਰਨਾ ਚਾਹੀਦਾ, ਹੰਕਾਰ ਛੱਡ ਦੇ, ਗੁਰੂ ਦੀ ਸ਼ਰਨ ਪੈ ਜਾ। ਜੋ ਰੱਬ ਕਰਦਾ ਹੈ, ਰੱਬ ਦੀ ਰਜ਼ਾ ਨੂੰ ਭਲਾ ਕਰਕੇ ਮੰਨ। ਜਿਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਕਿ ਜੇ ਤੂੰ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇਵੇਂ ਤਾਂ ਤੂੰ ਵੀ ਰੱਬ ਦੇ ਦਰਸ਼ਨ ਪਾ ਲਵੇਂਗਾ। ਰਾਸਤਾ ਮਿਲ ਗਿਆ ਨਾ। ਤਾਂ ਐਵੇਂ ਜੋ ਸਚਿਆਰ ਪੁਰਸ਼ ਹੈ ਉਹ ਸਾਨੂੰ ਮੁਕਤੀ ਦਾ ਰਾਹ ਔਰ ਉੱਚੀ ਆਤਮਿਕ ਜ਼ਿੰਦਗੀ ਦਾ ਰਾਸਤਾ ਦੱਸਣ ਵਾਲਾ ਹੈ, ਕਿਉਂਕਿ ਉਹਨੇ ਆਪ ਜੀਵਿਆ ਕਿ ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜ਼ਿੰਦਗੀ ਜੀਵੀ ਹੈ, ਤੂੰ ਵੀ ਜੀ ਲੈ। ਗੁਰੂ ਅਮਰਦਾਸ ਜੀ ਨੇ ਪੁੱਛਿਆ ਨਾ ਆਪਣੇ ਭਤੀਜ ਨੂੰ ਤੋਂ ਕਿ ਬੇਟਾ ਇਹ ਬਾਣੀ ਕਿਹਦੀ ਹੈ? ਤੇ ਬੇਟੀ ਨੇ ਦੱਸਿਆ ਵੀ ਪਿਤਾ ਜੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ।
ਤੇ ਗੁਰੂ ਅਮਰਦਾਸ ਜੀ ਪਹੁੰਚ ਗਏ ਨਾ ਉੱਥੇ। ਮੁਕਤੀ ਦਾ ਰਾਸਤਾ ਦੱਸਤਾ ਨਾ, ਮੁਕਤ ਹੈ ਬੀਬੀ ਆਪ, ਮੁਕਤੀ ਦਾ ਰਾਸਤਾ ਦੱਸਤਾ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਤੇ ਮੁਕਤ ਹੋ ਗਏ ਨਾ। ਤਾਂ ਐਵੇਂ ਜੋ ਸਚਿਆਰ ਪੁਰਸ਼ ਹੈ, ਮਨ ਬਚਨ ਕਰਮ ਕਰਕੇ ਉਹਨਾਂ ਦੀ ਸਾਨੂੰ ਸੰਗਤ ਕਰਨੀ ਚਾਹੀਦੀ ਹੈ। ਉਹ ਸਾਨੂੰ ਗੁਰੂ ਦੇ ਨਾਲ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਹੁਣ ਵਿਧਾਤਾ ਦਾ ਮਤਲਬ ਪੈਦਾ ਕਰਨ ਵਾਲਾ ਹੈ, ਤੇ ਵਿਧਾਤਾ ਦਾ ਮਤਲਬ ਹੁੰਦਾ ਹੈ ਕਰਮ ਦਾ ਫਲ ਦੇਣ ਵਾਲਾ। ਪੂਰਨ ਪੁਰਖ ਦਾ ਮਤਲਬ ਸਾਰਿਆਂ ਦੇ ਅੰਦਰ ਜੋ ਵਿਆਪਕ ਹੈ। ਜੋ ਸਚਿਆਰ ਪੁਰਸ਼ ਹੈ, ਜਿਹਦੇ ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਵੀ ਸੱਚ ਹੈ, ਜਿਹਦੇ ਵਿਹਾਰ ਵਿੱਚ ਵੀ ਸੱਚ ਹੈ, ਉਹ ਪਰਿਪੂਰਨ ਪ੍ਰਭੂ ਜੋ ਸਰਬ ਵਿਆਪਕ ਹੈ ਔਰ ਕਰਮ ਅਨੁਸਾਰ ਫਲ ਦੇਣ ਵਾਲਾ ਹੈ, ਉਹਦਾ ਰੂਪ ਹੋ ਜਾਂਦਾ ਹੈ, ਉਸੇ ਦਾ ਰੂਪ ਹੋ ਜਾਂਦਾ ਹੈ, ਰੱਬ ਦੇ ਵਿੱਚ ਹੀ ਅਪੇਦ ਹੋ ਜਾਂਦਾ ਹੈ, ਰੱਬ ਵਰਗਾ ਹੀ ਹੋ ਜਾਂਦਾ ਹੈ। ब्रह्म ज्ञानी अनाथ का नाथ। जो सचार पुरुष है, अनाथ ਦਾ ਨਾਥ ਦਾ ਮਤਲਬ ਨਿਖਸਮਿਆਂ ਦਾ ਖਸਮ, ਨਿਆਸਰਿਆਂ ਦਾ ਆਸਰਾ ਹੈ। ਜਿਹਦਾ ਕੋਈ ਨਹੀਂ ਉਹਨੂੰ ਉਹ ਆਸਰਾ ਦਿੰਦਾ ਹੈ। ਜੋ ਰੱਬ ਦੇ ਨਾਲ ਮਿਲਿਆ ਹੋਇਆ ਸਚਿਆਰ ਪੁਰਸ਼ ਹੈ, ਉਹ ਦੂਜਿਆਂ ਦਾ ਵੀ ਆਸਰਾ ਬਣੇਗਾ। ਉਹ ਦੁਨੀਆ ਦੇ ਵਿੱਚ ਸੇਵਾ ਕਰੇਗਾ, ਉਹ ਸਹਿਯੋਗ ਕਰੇਗਾ। ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੀ ਜ਼ਿੰਦਗੀ ਜਿੰਦਾ ਹੋਇਆ ਉਹ ਲੋਕਾਂ ਦਾ ਸਹਿਯੋਗ ਕਰੇਗਾ। ਜਿਵੇਂ ਹੁਣ ਭਗਤ ਪੂਰਨ ਸਿੰਘ ਨੇ ਕਿੰਨਾ ਸਹਿਯੋਗ ਕੀਤਾ ਹੈ ਉਹਨਾਂ ਲੋਕਾਂ ਦਾ। ਹੋਰ ਤੁਹਾਡੇ ਵਿੱਚੋਂ ਕਿੰਨੇ ਸਾਰੇ ਲੋਕ ਨੇ ਜੋ ਕਿਸੇ ਦਾ ਸਹਿਯੋਗ ਕਰਦੇ ਨੇ। ਯਾਨੀ ਉਹ ਨਿਆਸਰਿਆਂ ਦਾ ਆਸਰਾ ਹੈ। ਹੁਣ ਜਦੋਂ ਅਸੀਂ ਗੁਰਦੁਆਰੇ ਸਾਹਿਬਾਨ ਵੱਲ ਵੇਖਦੇ ਹਾਂ ਤਾਂ ਗੁਰਦੁਆਰੇ ਸਾਹਿਬਾਨ ਦੇ ਅੰਦਰ ਜੋ ਲੰਗਰ ਚੱਲ ਰਿਹਾ ਹੈ, ਇੱਥੇ ਕੋਈ ਵੀ ਆਏ ਕਦੇ ਵੀ ਆਣ ਕੇ ਲੰਗਰ ਪ੍ਰਸ਼ਾਦਾ ਛਕੇ, ਰਹਿਣ ਵਾਸਤੇ ਜਗ੍ਹਾ ਮਿਲ ਜਾਂਦੀ ਹੈ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਨਾ ਕਿ ਸਿੱਖ ਦਾ ਗੁਰਦੁਆਰਾ ਮੁਸਾਫਿਰ ਵਾਸਤੇ ਧਰਮਸ਼ਾਲਾ ਹੈ, ਉੱਥੇ ਉਹਨੂੰ ਰਹਿਣ ਦੀ ਜਗ੍ਹਾ ਮਿਲਦੀ ਹੈ। ਭੁੱਖੇ ਵਾਸਤੇ ਅੰਨਪੂਰਨਾ ਹੈ, ਇੱਥੇ ਉਹਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ। ਜੋ ਔਰਤ ਹੈ ਉਹਦੇ ਵਾਸਤੇ ਲੋਹੇ ਦਾ ਦੁਰਗ ਹੈ, ਭਾਵ ਜੇ ਕਿਸੇ ਵੀ ਜਾਤ ਵਰਗ ਧਰਮ ਦੀ ਔਰਤ ਆ ਜਾਏ ਤਾਂ ਗੁਰਦੁਆਰੇ ਦਾ ਪ੍ਰਬੰਧ ਉਹਦੀ ਸੁਰੱਖਿਆ ਦੀ ਗਾਰੰਟੀ ਲੈਂਦਾ ਹੈ। ਇੱਥੇ ਆ ਕੇ ਉਹਨੂੰ ਕੋਈ ਖਤਰਾ ਨਹੀਂ ਹੈ। ਜੋ ਵਿਦਿਆਰਥੀ ਹੈ ਉਹਦੇ ਵਾਸਤੇ ਸਿੱਖ ਦਾ ਗੁਰਦੁਆਰਾ ਸਕੂਲ ਹੈ। ਅਧਿਆਤਮ ਮਾਰਗ ਦੇ ਪਾਂਧੀ ਵਾਸਤੇ ਸਿੱਖ ਦਾ ਗੁਰਦੁਆਰਾ ਰੱਬ ਦਾ ਘਰ ਹੈ। ਤਾਂ ਜਿਹੜਾ ਸਚਿਆਰ ਪੁਰਸ਼ ਹੈ ਉਹ ਅਨਾਥ ਦਾ ਨਾਥ, ਨਿਖਸਮਿਆਂ ਦਾ ਖਸਮ ਬਣਦਾ ਹੈ, ਭਾਵ ਨਿਆਸਰਿਆਂ ਦਾ ਆਸਰਾ ਹੁੰਦਾ ਹੈ। ਉਹ ਆਸਰਾ ਦਿੰਦਾ ਹੈ। ਜੇ ਕੋਈ ਮਾਨਸਿਕ ਤੌਰ ਤੇ ਪਿੱਛੇ ਹੈ, ਬੌਧਿਕ ਤੌਰ ਤੇ ਪਿੱਛੇ ਹੈ, आर्थिक तौर पे पीछे है, उन्होंने वो सहयोग करता है। ब्रह्म ज्ञानी का सब ऊपर हाथ। जो सचियार पुरुष है, जिहदे मन विच भी सच है, जिहदे मुख विच भी सच है, जिहदे विहार विच भी सच है, ਉਹਦਾ ਹੱਥ ਸਾਰਿਆਂ ਦੇ ਉੱਤੇ ਹੈ। ਯਾਨੀ ਉਹ ਸਾਰਿਆਂ ਦੀ ਸਹਾਇਤਾ ਕਰਦਾ ਹੈ। ਜਿਹੜਾ ਵੀ ਉਹਦੇ ਕੋਲ ਜਾਏਗਾ ਉਹਦੀ ਉਹ ਯਥਾਯੋਗ ਸਹਾਇਤਾ ਕਰੇਗਾ। ਔਰ ਇਹ ਕੰਮ ਸਾਨੂੰ ਹਰ ਇੱਕ ਨੂੰ ਕਰਨਾ ਚਾਹੀਦਾ ਹੈ। ਜਿੰਨੀ ਵੀ ਕੋਈ ਕਿਸੇ ਦੀ ਹੈਲਪ ਕਰ ਸਕਦਾ ਹੈ, ਸੱਚੇ ਮਨ ਦੇ ਨਾਲ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਦਾ ਸਗਲ ਆਕਾਰ। ਆਕਾਰ ਦਾ ਮਤਲਬ ਸਰੂਪ, ਸਾਰਾ ਦਿਸਦਾ ਸੰਸਾਰ। ਇਹ ਜਿਹੜਾ ਦਿਸਦਾ ਹੋਇਆ ਸੰਸਾਰ ਹੈ ਨਾ, ਇਹ ਸਾਰਾ ਸੰਸਾਰ ਬ੍ਰਹਮ ਗਿਆਨੀ ਯਾਨੀ ਸਚਿਆਰ ਪੁਰਸ਼ ਦਾ ਆਪਣਾ ਹੈ। ਸਾਰਾ ਸੰਸਾਰ, ਸਾਰਾ ਦਿਸਦਾ ਜਗਤ, ਆਕਾਰ ਉਹਦਾ ਆਪਣਾ ਹੈ, ਉਹਦੇ ਨਾਲ ਉਹਦੀ ਆਪਣਤ ਹੈ। ਦੇਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਨੇਤਰਾਂ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ ਔਰ ਸਾਨੂੰ ਸਮਝਾ ਰਹੇ ਨੇ कि ये विश्व संसार तुम देख दे ये हर का रूप है, हर रूप नदरी आया। संसार रब का रूप है, रब आप ही संसार रूप के अंदर पसरिया हुआ है। ते जेड़ा सच दे नाल प्यार करने वाला है ओदा ये संसार फिर अपना है, अपनिया वाला विहार वो करदा। देखो जे असी इस संसार नूं अपना समझिए कि साडा अपना है तां साडी सोच बदल जाएगी हर इंसान दी। ਅਸੀਂ ਆਪਣੇ ਘਰ ਨੂੰ ਆਪਣਾ ਸਮਝਦੇ ਹਾਂ ਨਾ, ਕਿਉਂਕਿ ਉਹ ਸਾਡਾ ਆਪਣਾ ਹੈ। ਆਪਣੇ ਘਰ ਵਿੱਚ ਥੋੜੀ ਜਿਹੀ ਵੀ ਟੂਟੀ ਲੀਕ ਹੋਏ ਅਸੀਂ ਉਹਨੂੰ ਠੀਕ ਕਰਾਉਂਦੇ ਹਾਂ। ਕੋਈ ਛੋਟੀ ਮੋਟੀ ਪਲੇਟ ਟੁੱਟ ਫੁੱਟ ਜਾਏ ਉਹਨੂੰ ਅਸੀਂ ਬਦਲਾਉਂਦੇ ਹਾਂ। ਬਿਜਲੀ
ਦੀ ਪ੍ਰੋਬਲਮ ਹੈ, ਅਸੀਂ ਉਹਨੂੰ ਠੀਕ ਕਰਾਉਂਦੇ ਹਾਂ, ਸਾਫ਼ ਸਫਾਈ ਰੱਖਦੇ ਹਾਂ, ਘਰ ਨੂੰ ਮੇਨਟੇਨ ਕਰਕੇ ਰੱਖਦੇ ਹਾਂ, ਗੰਦਗੀ ਨਹੀਂ ਪਾਉਂਦੇ, ਸਫਾਈ ਰੱਖਦੇ ਹਾਂ ਨਾ, ਕਿਉਂਕਿ ਸਾਡਾ ਫਰਜ਼ ਹੈ। ਤੇ ਜਿਵੇਂ ਅਸੀਂ ਆਪਣੇ ਘਰ ਨੂੰ, ਆਪਣੇ ਬੱਚਿਆਂ ਨੂੰ ਸੰਭਾਲਦੇ ਹਾਂ, ਆਪਣੀ ਪ੍ਰਾਪਰਟੀ ਨੂੰ ਸੰਭਾਲਦੇ ਹਾਂ, ਜਿਹੜਾ ਸਚਿਆਰ ਪੁਰਸ਼ ਹੈ ਨਾ, ਉਹ ਸਾਰੇ ਸੰਸਾਰ ਨੂੰ ਆਪਣਾ ਘਰ ਸਮਝਦਾ ਹੈ, ਸਾਰੇ ਸੰਸਾਰ ਨੂੰ ਇਸੇ ਤਰ੍ਹਾਂ ਵਰਤਦਾ ਹੈ ਕਿ ਉਹ ਕਿਤੇ ਵੀ ਗੰਦਗੀ ਨਹੀਂ ਪਾਏਗਾ ਸੜਕ ਤੇ ਵੀ। ਫਿਰ ਆ ਜਿਹੜੇ ਬੀਅਰ ਦੇ ਡੱਬੇ ਪੀ ਕੇ ਜਾਂ ਕੋਕ ਵਗੈਰਾ ਦੇ ਡੱਬੇ ਪੀ ਕੇ ਲੋਕੀ ਸੁੱਟ ਜਾਂਦੇ ਨੇ, ਨਹੀਂ ਸੁੱਟਣਗੇ, ਕਿਉਂਕਿ ਆਪਣੇ ਘਰ ਐਵੇਂ ਥੋੜੀ ਕੋਈ ਸੁੱਟਦਾ, ਥਾਂ ਥਾਂ ਤੇ ਸਿਗਰਟਾਂ ਬੀੜੀਆਂ ਪੀ ਕੇ ਥੋੜੀ ਸੁੱਟਣਗੇ। ਆਪਣੇ ਘਰ ਦੇ ਵਿੱਚ ਕੋਈ ਸ਼ਰਾਬਾਂ ਪੀ ਪੀ ਕੇ ਹੰਗਰੇ ਥੋੜੀ ਮਾਰਦਾ, ਆਪਣੇ ਘਰ ਦੇ ਪਾਣੀ ਦੀ ਟੰਕੀ ਦੇ ਵਿੱਚ ਕੋਈ ਪੋਲੂਸ਼ਨ ਥੋੜਾ ਫੈਲਾਉਂਦਾ। ਜਦੋਂ ਇਹ ਸਾਰਾ ਸੰਸਾਰ ਆਪਣਾ ਸਮਝੇਗਾ ਤਾਂ ਇਹ ਕਿੰਨਾ ਸੋਹਣਾ ਸੰਸਾਰ ਹੋ ਜਾਏਗਾ ਨਾ। ਅਸੀਂ ਕੀ ਕਰਦੇ ਹਾਂ ਕਿ ਅਸੀਂ ਤੇ ਨਾ ਇੰਡੀਆ ਵਿੱਚ ਵੇਖਿਆ ਨਾ, ਗਲੀ ਵਿੱਚ ਝਾੜੂ ਵੀ ਮਾਰਨਾ ਹੋਵੇ ਤੇ ਆਪਣੇ ਘਰ ਨੂੰ ਝਾੜੂ ਮਾਰ ਕੇ ਥੋੜਾ ਕੂੜਾ ਕਰਕਟ ਦੂਜੇ ਵਾਲੇ ਪਾਸੇ ਕਰ ਦਿੰਦੇ ਆ। ਸਾਰੀ ਗਲੀ ਨੂੰ ਜੇ ਆਪਣੀ ਸਮਝੇ ਤੇ ਫਿਰ ਸਾਰੀ ਗਲੀ ਨੂੰ ਬੰਦਾ ਸਾਫ਼ ਕਰੇਗਾ, ਪਰ ਸਮਝਦਾ ਨਹੀਂ ਨਾ ਕੋਈ। ਪਰ ਜਿਹੜਾ ਰੱਬ ਦਾ ਪਿਆਰਾ ਸਚਿਆਰ ਪੁਰਸ਼ ਹੈ, ਉਹਦੇ ਵਾਸਤੇ ਸਾਰਾ ਦਿਸਦਾ ਆਕਾਰ ਹੀ ਆਪਣਾ ਹੈ, ਉਹਦੇ ਵਾਸਤੇ ਇਹ ਸਾਰਾ ਸੰਸਾਰ ਇੱਕ ਪਰਿਵਾਰ ਹੈ। ਗੁਰਬਾਣੀ ਨੂੰ ਪੜ੍ਹ ਕੇ ਦੇਖੋਗੇ ਨਾ, ਤੇ ਸਾਰੇ ਸੰਸਾਰ ਦਾ ਭਲਾ ਮੰਗਿਆ ਹੈ, ਕਿਰਪਾ ਕਰਕੇ ਸੁਨੋ ਪ੍ਰਭ, ਸਭ ਜਗ ਮਹਿ ਵਰਸੇ ਮਹਿ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿੱਤੈ ਲਿਹੁ ਉਬਾਰ। ਸਾਰੇ ਜਗਤ ਵਾਸਤੇ ਅਰਦਾਸ ਕੀਤੀ, ਕਿਸੇ ਇਕੱਲੇ ਮਜਹਬ ਧਰਮ ਵਾਸਤੇ ਨਹੀਂ, ਕਿ ਹੇ ਪ੍ਰਭੂ ਇਹ ਸਾਡੇ ਬਲ ਦੇ ਸੰਸਾਰ ਨੂੰ ਬਚਾ ਲੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ 4 ਉਦਾਸੀਆਂ ਲਾਈਆਂ ਨੇ ਨਾ, ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਾਈ, ਸਾਰੀ ਮਖਲੂਕਾਤ, ਸਾਰਾ ਆ ਜਗਤ, ਦੁਨੀਆ ਦੇ ਲੋਕ ਦੁੱਖਾਂ ਵਿੱਚ ਸੜ ਬਲ ਰਹੇ ਨੇ। ਤੇ ਗੁਰੂ ਨਾਨਕ ਦੇਵ ਜੀ ਕੋਈ 2-4 ਬੰਦਿਆਂ ਦਾ ਦੁੱਖ ਦੂਰ ਕਰਨ ਨਹੀਂ ਗਏ, ਸਗੋਂ ਸਾਰੀ ਧਰਤ ਲੁਕਾਈ ਨੂੰ ਸੋਧਣ ਵਾਸਤੇ ਗਏ ਨੇ। ਸਾਰਿਆਂ ਨੂੰ ਇੱਕ ਸਾਂਝੀ ਵਿਚਾਰਧਾਰਾ ਦਿੱਤੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਇੱਕ ਸਾਰਾ ਇੱਕ ਨਵਾਂ ਬਦਲਾਵ ਲਿਆਂਦਾ ਹੈ। ਹਰ ਧਰਮ ਵਰਗ ਦੀ ਔਰਤ ਨੂੰ ਮਾਣ ਆਦਰ ਸਤਿਕਾਰ ਦਿੱਤਾ ਹੈ। ਹਰ ਘਰ ਪਰਿਵਾਰ ਨੂੰ ਸੁਖ ਸ਼ਾਂਤੀ ਦੇ ਨਾਲ ਰਹਿਣ ਵਾਸਤੇ ਜੀਵਨ ਦੀ ਜੁਗਤ ਬਖਸ਼ੀ ਹੈ। ਹਰ ਧਰਮ ਵਰਗ ਦੇ ਪ੍ਰਚਾਰਕ ਨੂੰ ਉਹਨਾਂ ਨੇ ਸੱਚ ਦਾ ਰਾਸਤਾ ਦਿਖਾਇਆ ਹੈ, ਯਾਨੀ ਸਾਰੇ ਸੰਸਾਰ ਨੂੰ ਸ਼ਾਂਤ ਕਰ ਰਹੇ ਨਾ, ਕਿਉਂਕਿ ਸਾਰਾ ਸੰਸਾਰ ਇੱਕ ਪਰਿਵਾਰ ਤੇ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਲੋਕ ਪੜ੍ਹਦੇ ਹਾਂ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤਾ, ਕਿਵੇਂ ਸਾਰਾ ਸੰਸਾਰ ਇੱਕ ਪਰਿਵਾਰ ਬਣ ਜਾਂਦਾ ਹੈ, ਇੱਕ ਘਰ ਬਣ ਜਾਂਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੂਰਤੀ, ਤਾਂ ਕਿਵੇਂ ਇਹ ਕਾਇਨਾਤ ਔਰ ਕੁਦਰਤ ਇੱਕ ਆਰਤੀ ਕਰਦੀ ਹੋਈ, ਗਾਉਂਦੀ ਹੋਈ ਸੰਗੀਤ ਦੇ ਅੰਦਰ ਪ੍ਰਤੀਤ ਹੁੰਦੀ ਹੈ। ਤਾਂ ਜੋ ਸਚਿਆਰ ਪੁਰਸ਼ ਹੈ, ਇਹ ਸਾਰਾ ਦਿਸਦਾ ਜਗਤ ਉਹਦਾ ਆਪਣਾ ਹੈ, ਉਹ ਸਾਰਿਆਂ ਦੇ ਨਾਲ ਆਪਣੇ ਵਰਗਾ ਵਿਵਹਾਰ ਕਰਦਾ ਹੈ, ਬੇਗਾਨੇ ਵਰਗਾ ਨਹੀਂ। ਬ੍ਰਹਮ ਗਿਆਨੀ ਆਪ ਨਿਰੰਕਾਰ, ਜੋ ਸੱਚ ਨੂੰ ਜਾਣਨ ਵਾਲਾ ਹੈ ਨਾ, ਜੋ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੱਚਾ ਹੈ, ਜਿਸ ਦੀ ਮਾਨਸਿਕਤਾ ਸੱਚੀ, ਜਿਸ ਦੇ ਬੋਲ ਸੱਚੇ, ਜਿਸ ਦਾ ਵਿਹਾਰ ਸੱਚਾ, ਆਪ ਨਿਰੰਕਾਰ, ਯਾਨੀ ਉਹ ਨਿਰੰਕਾਰ ਦੇ ਵਿੱਚ ਅਭੇਦ ਹੋ ਗਿਆ ਹੁੰਦਾ ਹੈ, ਉਹ ਨਿਰੰਕਾਰ ਦਾ ਹੀ ਰੂਪ ਹੈ, ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ, ਉਹ ਰੱਬ ਦਾ ਰੂਪ ਹੋ ਜਾਂਦਾ ਹੈ, ਰੱਬ ਦੇ ਵਿੱਚ ਅਭੇਦ ਹੋ ਜਾਂਦਾ ਹੈ। ਮੀਨਸ ਕਿ ਉਹ ਆਪਣੀ ਸੋਚ ਨੂੰ ਛੱਡ ਦਿੰਦਾ ਹੈ ਤੇ ਰੱਬੀ ਹੁਕਮ ਦੇ ਅੰਦਰ ਉਹ ਵਿਚਰਦਾ ਹੈ, ਰੱਬ ਵਰਗਾ ਹੀ ਉਹ ਹੋ ਜਾਂਦਾ ਹੈ। ਜਿਵੇਂ ਰੱਬ ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ, ਉਹ ਵੀ ਸਾਰਿਆਂ ਦੇ ਨਾਲ ਇੱਕੋ ਜੈਸਾ ਵਿਹਾਰ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਜੀਵਨ ਨੂੰ ਦੇਖੋ, ਸਭ ਦੇ ਨਾਲ ਇੱਕ ਜੈਸਾ ਵਿਹਾਰ ਹੈ। ਭਗਤ ਜਨ ਨੇ, ਗੁਰੂ ਸਾਹਿਬਾਨ ਨੇ, ਬਾਣੀਕਾਰ ਨੇ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਹੈ। ਇਸ ਲਈ ਐਸਾ ਹੋ ਸਕਦਾ ਹੈ, ਪੋਸੀਬਿਲਿਟੀ ਹੈ। ਸਾਡੇ ਅੰਦਰ ਪਿਆਰ ਤੇ ਹੈ ਹੀ ਹੈ ਨਾ, ਅਸੀਂ ਭਲਾ ਤੇ ਚਾਹੁੰਦੇ ਹਾਂ, ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਾਂ, ਆਪਣਾ ਭਲਾ ਚਾਹੁੰਦੇ ਹਾਂ, ਸਾਨੂੰ ਖਾਣ ਪੀਣ ਵਾਸਤੇ ਚੰਗਾ ਚਾਹੀਦਾ ਹੈ। ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਹੈ ਵੀ ਖਾਣ ਪੀਣ ਲਈ ਚੰਗਾ ਹੋਣਾ ਚਾਹੀਦਾ ਹੈ, ਕੱਪੜੇ ਚੰਗੇ ਹੋਣ, ਘਰ ਮਕਾਨ ਚੰਗਾ ਹੋਏ, ਬੱਚੇ ਸਾਡੇ ਵਿਕਾਸ ਕਰਨ, ਇਹ ਅਸੀਂ ਸਾਰੇ ਜਾਣਦੇ ਹਾਂ ਨਾ, ਇਹਨਾਂ ਚੀਜ਼ਾਂ ਦਾ ਪਤਾ ਹੈ। ਬਸ ਥੋੜਾ ਜਿਹਾ ਅੱਗੇ ਵਧਣ ਦੀ ਲੋੜ ਹੈ ਕਿ ਅਸੀਂ ਇਹ ਸੋਚੀਏ, ਯਾਰ ਸਾਡੇ ਬੱਚੇ ਜਿਵੇਂ ਵਿਕਾਸ ਕਰ ਰਹੇ ਨੇ, ਗੁਆਂਢੀਆਂ ਦੇ ਵੀ ਉਵੇਂ ਕਰਨ, ਦੂਜਿਆਂ ਦੇ ਵੀ ਉਵੇਂ ਕਰਨ।
ਸਾਡੇ ਕੋਲ ਘਰ ਹੈ ਤੇ ਦੂਜਿਆਂ ਦੇ ਕੋਲ ਵੀ ਹੋਵੇ, ਮੈਨੂੰ ਖੁਸ਼ੀ ਮਿਲੀ ਹੈ ਦੂਜੇ ਨੂੰ ਵੀ ਖੁਸ਼ੀ ਮਿਲੇ, ਕਿਉਂਕਿ ਉਹ ਵੀ ਮੇਰੇ ਵਰਗੇ ਨੇ ਨਾ, ਤਾਂ ਉਹ ਨਿਰੰਕਾਰ ਦਾ ਰੂਪ ਹੋ ਜਾਏਗਾ। ਅਸੀਂ ਸਾਰਿਆਂ ਦੇ ਨਾਲ ਇੱਕੋ ਜੈਸਾ ਵਿਹਾਰ ਕਰ ਸਕਦੇ ਹਾਂ, ਪੋਸੀਬਿਲਿਟੀ ਹੈ। ਹਾਂ, ਅਸੀਂ ਨਹੀਂ ਕਰਦੇ, ਇਹ ਇੱਕ ਵੱਖਰਾ ਟੌਪਿਕ ਹੈ। ਜਾਂ ਸਾਨੂੰ ਔਖਾ ਲੱਗਦਾ ਹੈ, ਇਹ ਸਾਡੀ ਪ੍ਰੋਬਲਮ ਹੈ, ਪਰ ਹੋ ਸਕਦਾ ਹੈ, ਪੋਸੀਬਿਲਿਟੀ ਹੈ, ਇੰਪੋਸੀਬਲ नहीं है। ब्रह्म ज्ञानी की शोभा ब्रह्म ज्ञानी बनी। जेड़ा सचार पुरुष है, मन वचन और कर्म करके ओदी शोभा ਨੂੰ ਉਹ ਹੀ ਜਾਣ ਸਕਦਾ ਹੈ। ब्रह्म ज्ञानी की शोभा ब्रह्म ज्ञानी ਦਾ ਮਤਲਬ ਕਿ ਉਹਦੀ ਸ਼ੋਭਾ ਦਾ ਅਸੀਂ ਅੰਤ ਨਹੀਂ ਪਾ ਸਕਦੇ। ਉਹਦੀ ਜੋ ਵਡਿਆਈ ਹੈ ਉਹਨੂੰ ਉਹ ਸਚਿਆਰ ਪੁਰਸ਼ ਹੀ ਜਾਣ ਸਕਦਾ ਹੈ। ਇਹ ਸਿੰਪਲ ਗੱਲ ਹੈ। ਮੰਨ ਲਓ ਜਿਵੇਂ ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਬਜ਼ੀ ਬਣੀ ਹੋਵੇ ਤੇ ਬਣਾਈ ਵੀ ਤੁਸੀਂ ਹੋਏ ਤੇ ਤੁਹਾਨੂੰ ਪੁੱਛੀ ਵੀ ਸਬਜ਼ੀ ਕਿਵੇਂ ਦੀ ਸਵਾਦ ਬਣੀ ਹੈ ਤੇ ਤੁਸੀਂ ਕਹੋ ਯਾਰ ਪਤਾ ਨਹੀਂ, ਤੇ ਤੁਹਾਨੂੰ ਕਹੀ ਯਾਰ ਬਣਾਈ ਵੀ ਤੂੰ ਹੈ ਤੇ ਪਤਾ ਕਿਉਂ ਨਹੀਂ, ਤੇ ਫਿਰ ਤੁਸੀਂ ਕਹੋ ਯਾਰ ਮੈਂ ਚੱਖੀ ਨਹੀਂ, ਮੈਂ ਕਿਹੜਾ ਲੂਣ ਮਿਰਚ ਦੇਖਿਆ, ਮੈਂ ਤਾਂ ਹਲੇ ਬਣਾ ਕੇ ਰੱਖੀ, ਚੱਖੀ ਤਾਂ ਮੈਂ ਹੈ ਨਹੀਂ। ਬੇਸ਼ੱਕ ਤੁਸਾਂ ਹੀ ਬਣਾਈ ਹੈ, ਪਰ ਚੱਖੋਗੇ ਤੇ ਸਵਾਦ ਤਾਂ ਆਏਗਾ ਨਾ ਵੀ ਲੂਣ ਮਿਰਚ ਘੱਟ ਹੈ ਕਿ ਜ਼ਿਆਦਾ ਹੈ। ਜਿਹੜਾ ਚੱਖੇਗਾ ਉਹਨੂੰ ਹੀ ਪਤਾ ਹੋਏਗਾ ਨਾ, ਦੂਜੇ ਨੂੰ ਪਤਾ ਨਹੀਂ ਹੋ ਸਕਦਾ। ਅਲੌਕਿਕਾ ਜੈਸੇ ਭਇਆ ਬਰੀਡਾ ਜਿਨ ਪੀਆ ਤਿਨ ਜਾਣਿਆ। ਐਵੇਂ ਮਨ ਬਚਨ ਔਰ ਕਰਮ ਕਰਕੇ ਜਦੋਂ ਕੋਈ ਸੱਚ ਦਾ ਧਾਰਨੀ ਹੁੰਦਾ ਹੈ ਨਾ, ਤਾਂ ਉਦੋਂ ਉਸ ਸੋਚ ਦਾ ਰਸ ਕੀ ਹੈ ਉਹਨੂੰ ਉਹ ਹੀ ਬੰਦਾ ਜਾਣ ਸਕਦਾ ਹੈ ਜਿਸ ਬੰਦੇ ਨੇ ਮਨ ਤਨ ਔਰ ਕਰਮ ਕਰਕੇ ਸੱਚ ਨੂੰ ਧਾਰਨ ਕੀਤਾ ਹੈ, ਜਿਨੇ ਉਹ ਸੱਚ ਨੂੰ ਚੱਖਿਆ ਹੈ, ਜਿਨੇ ਉਹਨੂੰ ਅਪਣਾਇਆ ਹੈ। ਇਸ ਲਈ ਉਹਦੀ ਮਹਾਨਤਾ ਨੂੰ ਉਹ ਜਾਣ ਸਕਦਾ ਹੈ, ਯਾਨੀ ਉਹਨੂੰ ਉਹ ਮਾਣ ਸਕਦਾ ਹੈ। ਉਹਦਾ ਐਂਡ ਨਹੀਂ ਪਾਇਆ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ। ਇਸ ਲਈ ਜੇ ਸਚਿਆਰਤਾ ਦਾ ਆਨੰਦ ਮਾਣਨਾ ਹੈ ਤਾਂ ਸਾਨੂੰ ਆਪ ਸਚਿਆਰ ਹੋਣਾ ਪਵੇਗਾ, ਮਨ ਵਚਨ ਔਰ ਕਰਮ ਕਰਕੇ। ਔਰ ਦੇਖੋ ਸਿੰਪਲ ਗੱਲ ਹੈ, ਜਦੋਂ ਅਸੀਂ ਇਹ ਗੱਲਾਂ ਕਰਦੇ ਔਰ ਸੁਣਦੇ ਹਾਂ, ਮੈਂ ਇਹ ਗੱਲਾਂ ਕਰ ਰਿਹਾ, ਤੁਸੀਂ ਇਹ ਗੱਲਾਂ ਸੁਣ ਰਹੇ ਹੋ, ਤਾਂ ਕਿੰਨਾ ਆਨੰਦ ਬਣਿਆ ਹੋਇਆ ਹੈ। ਹਾਲਾਂਕਿ ਗੱਲਾਂ ਕੀਤੀਆਂ ਜਾ ਰਹੀਆਂ ਨੇ, ਸੁਣੀਆਂ ਜਾ ਰਹੀਆਂ ਨੇ, ਇੰਨਾ ਆਨੰਦ ਬਣਿਆ, ਇੰਝ ਜਾਪਦਾ ਪੂਰੀ ਦੁਨੀਆ ਬਦਲ ਗਈ ਹੈ। ਤੇ ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰੀਏ ਤਾਂ ਫਿਰ ਕਿੰਨੀ ਕੁ ਖੁਸ਼ੀ ਹੋਏਗੀ, ਉਹਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਲਈ ਜੋ ਮਨ ਵਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਉਹਦੀ ਜੋ ਸ਼ੋਭਾ ਹੈ ਉਹਨੂੰ ਉਹ ਹੀ ਜਾਣਦਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਇੱਥੇ ਧਨੀ ਦਾ ਮਤਲਬ ਹੈ ਮਾਲਕ, ਸੁਆਮੀ। ਕਿ ਜੋ ਸਚਿਆਰ ਪੁਰਸ਼ ਹੈ ਨਾ, ਉਹ ਸਾਰਿਆਂ ਦਾ ਹੀ ਮਾਲਕ ਹੈ। ਮਾਲਕ ਦਾ ਮਤਲਬ ਸਾਰਿਆਂ ਦਾ ਹੀ ਸਤਿਕਾਰਯੋਗ ਹੈ। ਦੁਨੀਆ ਦਾ ਹਰ ਇਨਸਾਨ ਐਸੇ ਬੰਦੇ ਦਾ ਸਤਿਕਾਰ ਕਰੇਗਾ ਜਿਹੜਾ ਮਨ ਬਚਨ ਔਰ ਕਰਮ ਕਰਕੇ ਸੱਚਾ ਹੈ। ਜਿੰਨੇ ਵੀ ਦੁਨੀਆ ਦੇ ਧਰਮਾਂ ਮਜ਼ਹਬਾਂ ਦੇ ਲੋਕ ਨੇ, ਕੋਈ ਵੀ ਹੈ, ਉਹਦਾ ਸਤਿਕਾਰ ਕਰੇਗਾ ਹੀ ਕਰੇਗਾ, ਕਿਉਂਕਿ ਉਹ ਸਤਿਕਾਰਯੋਗ ਹੈ। ਉਹਦੇ ਮਨ ਵਿੱਚ ਕਿਸੇ ਵਾਸਤੇ ਬੁਰਾਈ ਈਰਖਾ ਦਵੇਸ਼ ਹੈ ਹੀ ਨਹੀਂ, ਨਾ ਉਹਦੇ ਅੰਦਰ ਝੂਠ ਹੈ, ਨਾ ਫਰੇਬ ਹੈ, ਨਾ ਵੈਰ ਹੈ, ਨਾ ਵਿਰੋਧ ਹੈ। ਉਹ ਚੰਗੇ ਕਰਮ ਕਰ ਰਿਹਾ ਹੈ, ਸੱਚ ਦਾ ਧਾਰਨੀ ਹੈ, ਸੱਚੀ ਉਹਦੀ ਸੋਚ ਹੈ, ਸੱਚੇ ਉਹਦੇ ਬੋਲਣ ਹੈ, ਸੱਚਾ ਉਹਦਾ ਵਿਹਾਰ ਹੈ, ਸਕਾਰਾਤਮਕ ਸੋਚ ਹੈ, ਚੜ੍ਹਦੀ ਕਲਾ ਦੇ ਵਿੱਚ ਉਹ ਵਿਚਰ ਰਿਹਾ ਹੈ। ਤਾਂ ਐਸਾ ਬੰਦਾ ਸਾਰਿਆਂ ਦਾ ਮਾਲਕ ਦਾ ਮਤਲਬ ਸਾਰਿਆਂ ਦਾ ਉਹ ਸਤਿਕਾਰਯੋਗ ਹੁੰਦਾ ਹੈ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ ਸ਼ਾਂਤੀ ਆਵੇ, ਤਾਂ ਜਿਵੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਰੱਬੀ ਰਜਾ ਦੇ ਅੰਦਰ ਤੁਰਨਾ ਹੀ ਇੱਕੋ ਇੱਕ ਸਾਧਨ ਹੈ। ਇਸ ਅਸ਼ਟਪਦੀ ਵਿੱਚ ਗੁਰਦੇਵ ਨੇ ਸਾਨੂੰ ਸਚਿਆਰ ਹੋਣ ਵਾਸਤੇ ਪ੍ਰੇਰਿਤ ਕੀਤਾ ਹੈ। ਉਹ ਇਨਸਾਨ ਮਹਾਨ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ। ਜਿਹਦੇ ਮਨ ਵਿੱਚ ਵੀ ਸੱਚ ਹੈ, ਯਾਨੀ ਮੈਂਟੈਲਿਟੀ ਸੱਚੀ ਹੈ, ਜਿਸ ਦੇ ਬੋਲ ਸੱਚੇ ਨੇ ਔਰ ਜਿਹਦਾ ਵਿਹਾਰ ਸੱਚਾ ਹੈ, ਉਹ ਉਸ ਪ੍ਰਭੂ ਦੇ ਅੰਦਰ ਅਭੇਦ ਹੋ ਜਾਂਦਾ ਹੈ। ਉਹ ਬੰਦਾ ਸੁਖੀ ਔਰ ਸ਼ਾਂਤ ਹੁੰਦਾ ਹੈ, ਉਸ ਬੰਦੇ ਦੀ ਚੜ੍ਹਦੀ ਕਲਾ ਹੁੰਦੀ ਹੈ, ਉਹ ਬੰਦਾ ਆਤਮਿਕ ਆਨੰਦ ਮਾਣਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸੁਖ ਸ਼ਾਂਤੀ ਆਵੇ, ਤਾਂ ਅਸੀਂ ਆਪਣੀ ਸੋਚ ਨੂੰ ਸੱਚੀ ਕਰੀਏ, ਆਪਣੇ ਬੋਲਾਂ ਵਿੱਚ ਸੱਚ ਲਿਆਈਏ,
ਔਰ ਆਪਣੇ ਵਿਹਾਰ ਨੂੰ ਸੱਚਿਆਂ ਕਰਕੇ ਅਸੀਂ ਵੀ ਗੁਰੂ ਦੀਆਂ ਖੁਸ਼ੀਆਂ ਪਾ ਸਕਦੇ ਹਾਂ। ਅਸੀਂ ਵੀ ਐਸੇ ਹੋ ਸਕਦੇ ਹਾਂ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ। ਇਹਨਾਂ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ। ਅੱਜ ਜੋ ਵਿਚਾਰ ਕੀਤੀ ਹੈ, ਇਹਦੇ ਵਿੱਚ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਆਪ ਸਵਾਲ ਕਰ ਸਕਦੇ ਹੋ। ਆਪਣੇ ਵਿਊਜ਼ ਦੇਣੇ ਹੋਣ ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਤੇ ਜਿੱਦਾਂ ਆਪ ਨੂੰ ਬੇਨਤੀ ਕਰੀ ਦੀ ਹੁੰਦੀ ਹਮੇਸ਼ਾ ਦੀ ਤਰ੍ਹਾਂ ਕਿ ਅਨਮਿਊਟ ਹੋ ਜਾਓ। ਜੇ ਕਿਸੇ ਨੇ ਕੋਈ ਸਵਾਲ, ਕੋਈ ਆਪਣੀ ਸਲਾਹ ਦੇਣੀ ਹੈ ਤਾਂ ਉਹ ਜ਼ਰੂਰ ਤੁਸੀਂ ਅਨਮਿਊਟ ਹੋ ਕੇ ਕਰ ਲਓ ਜੀ ਗੱਲ। ਤੇ ਕੁਲਦੀਪ ਕੌਰ ਜੀ, ਤੁਸੀਂ ਅਨਮਿਊਟ ਆ। ਹਾਂਜੀ ਗਿਆਨੀ ਜੀ। ਹਾਂ ਭੈਣ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਇਹ ਜਿਹੜਾ ਹਾਥ ਹੈ ਇਹਦੇ ਥੱਲੇ 2 ਔਂਕੜ ਹੈ, ਦੁਲੰਕੜ ਹੈ। ਇਹ 2 ਕਿਉਂ ਆਏ ਥੱਲੇ? 2 ਤਾਂ ਨਹੀਂ ਭੈਣ, ਮਿਸ ਪ੍ਰਿੰਟਿੰਗ ਹੋਣੀ ਫਿਰ। ਮਿਸ ਪ੍ਰਿੰਟਿੰਗ ਹੈ। ਹਾਂਜੀ, 2 ਦੇ ਦੁਲੰਕੜ ਨੇ ਤਾਂ ਫਿਰ ਮਿਸ ਪ੍ਰਿੰਟਿੰਗ ਹੋਏਗੀ। 1 ਔਂਕੜ ਹੋਏਗਾ। ਇੱਕੋ ਹੀ ਆ, ਇੱਕੋ ਹੀ ਹੋਣਾ ਚਾਹੀਦਾ। ਮੈਂ ਸੋਚ ਰਹੀ ਸੀ ਕਿ ਇਹ 2 ਕਿਉਂ ਆਏ ਆ, ਪ੍ਰੋਨਾਂਸੀਏਸ਼ਨ 'ਚ ਫਰਕ ਹੈ ਜਾਂ ਕੁਝ? ਨਹੀਂ, ਫਿਰ ਉਹ ਮਿਸ ਪ੍ਰਿੰਟਿੰਗ ਹੋਏਗੀ। ਠੀਕ ਠੀਕ, ਥੈਂਕ ਯੂ ਗਿਆਨੀ ਜੀ। ਕੋਈ ਨਾ। ਠੀਕ ਹੈ ਜੀ। ਹੋਰ ਕਿਸੇ ਨੇ ਜੀ ਕਰਨ ਵਾਲਾ ਜੀ? ਸੌਰੀ ਗਿਆਨੀ ਜੀ, ਤੁਹਾਨੂੰ ਅਨਮਿਊਟ ਹੋ ਗਏ ਤੁਸੀਂ। ਸਿਰਫ ਮਿਊਟ ਹੋ ਗਏ ਜੀ, ਸੌਰੀ। ਹਾਂਜੀ ਹਾਂਜੀ, ਹੁਕਮ ਕਰੋ ਜੀ। ਹਾਂਜੀ, ਨਹੀਂ ਮੇਰੇ ਕੋਲ ਗਲਤ ਦੱਬ ਹੋ ਗਿਆ ਜੀ ਇੱਥੋਂ। ਮੈਂ ਆਪਣੇ ਭੈਣ ਕੁਲਦੀਪ ਕੌਰ ਜੀ ਨੂੰ ਮਿਊਟ ਕਰਨਾ ਸੀਗਾ। ਹੋਰ ਤਾਂ ਕੋਈ ਨਹੀਂ ਜੀ ਹੈਗਾ ਕੋਈ ਗੱਲ ਕਰਨੀ। ਤੁਸੀਂ ਦੇਖ ਲਓ ਜੀ, ਕਿਸੇ ਨੇ ਗੱਲ ਕਰਨੀ ਹੈ ਤਾਂ ਅਨਮਿਊਟ ਹੋ ਜਾਓ, ਨਹੀਂ ਤਾਂ ਆਪਾਂ ਮੈਂ ਕਰਨੀ ਹੈ ਜੀ। ਕਰੋ ਜੀ, ਕਰੋ ਸੁਰਿੰਦਰ ਕੌਰ। ਹਾਂਜੀ ਹਾਂਜੀ। ਸੌਰੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਭੈਣ ਜੀ। ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ। ਹਾਂਜੀ, ਇਹਦਾ ਮਤਲਬ ਹੈਗਾ ਕਿ ਜੋ ਸਚਿਆਰ ਬੰਦਾ ਹੈ ਨਾ, ਜਿਹਦੇ ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਵੀ ਸੱਚ ਹੈ, ਵਿਹਾਰ ਵਿੱਚ ਵੀ ਸੱਚ ਹੈ, ਉਹਦੇ ਮਨ ਦੇ ਅੰਦਰ ਸਾਰੇ ਗੁਣ ਹੁੰਦੇ ਨੇ। ਸਗਲ ਮਨ ਮਾਹੇ ਦਾ ਮਤਲਬ ਸਾਰੇ ਗੁਣ ਉਹਦੇ ਮਨ ਵਿੱਚ ਨੇ ਮੌਜੂਦ। ਸਾਰਿਆਂ ਦਾ? ਅੱਛਾ ਜੀ। ਹਾਂਜੀ, ਸਾਰੇ ਗੁਣ ਉਹਦੇ ਮਨ ਵਿੱਚ ਮੌਜੂਦ ਨੇ। ਅੱਛਾ ਠੀਕ ਹੈ। ਹਾਂਜੀ ਭਾਈ ਸਾਹਿਬ ਜੀ। ਹਾਂਜੀ ਭੈਣ ਜੀ। ਮੁਕਤ ਜੁਗਤ ਜੀ का दाता, ਹਾਂਜੀ ਇਹਦਾ ਮਤਲਬ ਸਮਝਾਓਗੇ ਜਰਾ? ਹਾਂਜੀ, ਮੁਕਤ ਜੁਗਤ ਦਾ ਮਤਲਬ ਹੈਗਾ ਵੇ ਆਫ ਲਾਈਫ। ਅੱਛਾ। ਮੁਕਤ ਜੁਗਤ ਦਾ ਮਤਲਬ ਮੁਕਤੀ ਦੇਣ ਵਾਲਾ ਜਿਹੜਾ ਰਾਸਤਾ ਹੈ ਜੀ। ਹਾਂਜੀ। ਜੀ ਦਾ ਮਤਲਬ ਹੈਗਾ ਆਤਮਿਕ ਜ਼ਿੰਦਗੀ। ਦਾਤਾ ਦਾ ਮਤਲਬ ਦਾਨ ਦੇਣ ਵਾਲਾ, ਦੱਸਣ ਵਾਲਾ, ਮਾਰਗਦਰਸ਼ਕ। ਹਾਂਜੀ ਜੋ ਸਚਿਆਰ ਪੁਰਸ਼ ਹੈ, ਹਾਂਜੀ ਉਹ ਮੁਕਤੀ ਦਾ ਰਾਹ ਦੱਸਣ ਵਾਲਾ ਔਰ ਉੱਚੀ ਜ਼ਿੰਦਗੀ ਦੇ ਰਾਹ ਦੱਸੇ ਰਿਹਾ ਹੈ। ਜੀ ਕਾ ਦਾਤਾ ਦਾ ਮਤਲਬ ਆਤਮਿਕ ਜੀਵਨ, ਇਨਸਾਨੀਅਤ ਵਾਲੀ ਜ਼ਿੰਦਗੀ। ਤੇ ਜੁਗਤ, ਜੁਗਤ ਦਾ ਮਤਲਬ ਹੈਗਾ ਜੁਗਤੀ। ਉਹਦਾ ਜੁਗਤ ਦਾ ਕੀ ਮਤਲਬ ਜੁਗਤੀ। ਹਾਂਜੀ, ਜੁਗਤੀ। ਜੁਗਤੀ ਕੀ ਮਤਲਬ ਹੁੰਦਾ ਹੈ? ਜੀਵਨ। ਦਾ ਮਤਲਬ ਢੰਗ। ਢੰਗ। ਜੁਗਤੀ ਦਾ ਮਤਲਬ ਢੰਗ। ਮੁਕਤ ਜੁਗਤ ਦਾ ਮਤਲਬ ਐਸਾ ਵੇ ਆਫ ਲਾਈਫ ਜਿਹਦੇ ਨਾਲ ਮੁਕਤੀ ਮਿਲ ਜਾਏ, ਯਾਨੀ ਵਿਕਾਰਾਂ ਤੋਂ ਖੁਲਾਸੀ ਹੋ ਜਾਏ, ਕਾਮ ਕ੍ਰੋਧ। ਅੱਛਾ, ਠੀਕ ਹੈ ਠੀਕ ਹੈ। ਉਹ ਢੰਗ। ਠੀਕ ਹੈ ਭੈਣ ਜੀ, ਥੈਂਕ ਯੂ। ਹੋਰ ਨਹੀਂ ਜੀ ਕੋਈ ਵੀ ਅਨਮਿਊਟ ਹੋਇਆ? ਇਹਦਾ ਮਤਲਬ ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ। ਦੱਸਦੇ ਹੀ ਹੈ ਜੀ, ਕੱਲ ਨੂੰ ਸ਼ਨੀਚਰਵਾਰ ਹੈ, ਕੱਲ ਨੂੰ ਜਿਹੜੀ ਕਲਾਸ ਹੈ ਇਸੇ ਟਾਈਮ ਤੇ ਹੋਊਗੀ। ਤੇ ਭਾਈ ਗਗਨਦੀਪ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਸੌਰੀ, ਗੱਲ ਕਰਨੀ ਤੁਸੀਂ? ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ ਜੀ, ਫਤਿਹ ਜੀ। ਫਤਿਹ ਵੀਰੇ। ਭਾਈ ਸਾਹਿਬ ਜੀ, ਜਿਹੜੀ ਹੁਣ ਆਪਣੇ ਪ੍ਰਕਾਸ਼ਮਾਨ ਨੇ ਮਹਾਰਾਜ, ਇਹ ਬੀੜ ਦਾ ਨਾਮ ਕੀ ਹੈ ਨਾ? ਕਿਹੜੀ ਦਾ ਜੀ? ਗੁਰੂ ਗ੍ਰੰਥ ਸਾਹਿਬ ਜੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਪਹਿਲਾ ਪ੍ਰਕਾਸ਼ ਰਾਮਸਰ ਹੋਇਆ, 5ਵੇਂ ਪਾਤਸ਼ਾਹ ਉਹਨਾਂ ਨੇ ਸੰਪੂਰਨਤਾਈ ਉਦੋਂ ਕੀਤੀ, ਤਾਂ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਉਹਨਾਂ ਤੋਂ ਸੰਪੂਰਨਤਾਈ ਕਰਵਾਈ ਤਾਂ ਦਮਦਮਾ ਸਾਹਿਬ। ਤਾਂ ਉਹ ਤੇ ਮੈਂ ਲਿਖਿਆ, ਪੜ੍ਹਿਆ ਮੈਂ, ਉਹ ਕਹਿੰਦੇ ਦਮਦਮੀ ਬੀੜ। ਨਹੀਂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਹੈ ਪੂਰਾ। ਉਹ ਦਮਦਮੀ ਬੀੜ ਤਾਂ ਕਹਿੰਦੇ ਆ ਕਿ ਦਮਦਮਾ ਸਾਹਿਬ ਲਿਖਵਾਈ ਗਏ ਸਨ ਨਾ ਮਹਾਰਾਜ ਦਾ ਸਰੂਪ। ਹਾਂਜੀ 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 ਹਾਂਜੀ, ਗੁਰੂ ਗ੍ਰੰਥ ਸਾਹਿਬ ਦਾ ਨਾਮ ਜਿਹੜਾ ਨਾ, ਤੁਸੀਂ ਦੇਖੋ, ਉਹ ਸਿੰਪਲ ਗੱਲ ਜੇ ਦੇਖਣਾ ਹੋਏ ਨਾ, ਜਦੋਂ ਤੁਸੀਂ
ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰੋਗੇ ਨਾ, ਹਾਂਜੀ ਹਾਂਜੀ ਇਸ ਤਰ੍ਹਾਂ ਤੇ ਉੱਤੇ ਜਿਲਦ ਦੇ ਸਭ ਤੋਂ ਉੱਤੇ ਲਿਖਿਓ, ਉੱਥੇ ਲਿਖਿਆ ਹੋਵੇਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਹਾਂਜੀ ਹਾਂਜੀ ਹਾਂਜੀ, ਬਸ ਉਹ ਨਾਮ ਹੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ। ਬਸ ਹਾਂਜੀ। ਤੇ ਭਾਈ ਦੀਪ ਸਿੰਘ, ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ 4 ਸਰੂਪ ਆਪਣੇ ਹੱਥੀਂ ਦਮਦਮਾ ਸਾਹਿਬ ਲਿਖੇ। ਤੇ ਹਾਂਜੀ, ਉਹਦੇ ਵਾਸਤੇ ਵੀਰ ਜੀ ਇਹ ਵੀ ਮੈਂ ਨਾ ਇਤਿਹਾਸ ਵਿੱਚ ਮੈਂ ਜ਼ੀਰੋ ਹੈਗਾ ਵਾਂ, ਬਿਲਕੁਲ ਇਤਿਹਾਸ ਬਾਰੇ ਮੈਨੂੰ ਬਿਲਕੁਲ ਨੌਲੇਜ ਨਹੀਂ ਹੈਗੀ। ਮੈਂ ਹਾਂਜੀ ਉਹੀ ਦੱਸ ਰਿਹਾ ਸੀ। ਉਹਨਾਂ ਹਾਂਜੀ, ਨੇ ਮੈਂ ਉਹਨਾਂ ਵੀ ਫਿਲਾਸਫੀ ਜਾਂ ਮਤਲਬ ਥੋੜਾ ਸਾਈਕੋਲੋਜੀ ਵਗੈਰਾ ਬਾਰੇ, ਫੈਮਿਲੀ ਰਿਲੇਸ਼ਨਸ਼ਿਪ ਬਾਰੇ, ਤੇ ਇਤਿਹਾਸ ਬਾਰੇ ਨਹੀਂ ਮੈਨੂੰ ਨੌਲੇਜ ਬਿਲਕੁਲ। ਹਾਂਜੀ ਹਾਂਜੀ ਹੂੰ, ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਭਾਈ ਸਾਹਿਬ ਜੀ, ਧੰਨਵਾਦ ਤੁਹਾਡਾ ਵੀ ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇੱਥੇ ਸਮਾਪਤੀ ਕਰ ਦਿੰਦੇ ਹਾਂ ਜੀ। ਤੇ ਕੱਲ ਨੂੰ ਜਿਹੜੀ ਕਲਾਸ ਲੱਗਣੀ ਹੈ ਜੀ, ਉਹਦੇ ਵਿੱਚ ਜਿਹਨੇ ਵੀ ਸ਼ਾਮਲ ਹੋਣਾ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ, ਨੰਬਰ ਵੀ ਤੁਹਾਨੂੰ ਪਤਾ ਹੀ ਹੈ। ਜੇ ਚਾਹੀਦਾ ਹੋ ਤਾਂ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਜੀ। ਕੱਲ ਨੂੰ ਜਿਹੜਾ ID ਨੰਬਰ ਹੈਗਾ ਜੀ 6858937560, 685 893 7560। ਇਹ ਤੁਸੀਂ ID ਲੈ ਕੇ ਤੇ ਕੱਲ ਨੂੰ ਜੁਆਇਨ ਕਰ ਸਕਦੇ ਆ। ਤੇ ਆਪਾਂ ਮੁੜ ਕੇ ਆਵਾਂਗੇ ਜੀ ਸੋਮਵਾਰ ਨੂੰ 1 ਵਜੇ। ਤੇ ਉਦੋਂ ਤੱਕ ਹੈਵ ਅ ਗੁੱਡ ਵੀਕਐਂਡ। ਤੇ ਆਪਾਂ ਮੁੜ ਕੇ ਫਿਰ ਮੰਡੇ ਆਫਟਰਨੂਨ 1 ਵਜੇ ਮਿਲਦੇ ਆ ਜੀ। ਉਸ ਤਾਈਂ ਛੁੱਟੀਆਂ ਲਈਏ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।